ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਤਿਸ ਮਿਲਿਐ ਸਤਿਗੁਰ ਸੱਜਣੈ ਤਿਸ ਮਿਲਿਐ ਸਤਿਗੁਰ ਸੱਜਣੈ ਜਿਸ ਅੰਤਰ ਹਰ ਗੁਣਕਾਰੀ ਤਿਸ ਮਿਲਿਐ ਸਤਿਗੁਰ ਪ੍ਰੀਤਮੈ ਜਿਨ ਹਉ ਮੈਂ ਵਿੱਚੋਂ ਮਾਰੀ ਸੋ ਸਤਿਗੁਰ ਪੂਰਾ ਧਨ ਧਨ ਹੈ ਜਿਨ ਹਰ ਉਪਦੇਸ਼ ਦੇ ਸਭ ਸ੍ਰੇਸ਼ਟ ਸਵਾਰੀ ਨਿਤ ਜਪਿਓ ਸੰਤੋ ਰਾਮ ਨਾਮ ਭਉਜਲ ਬਿਖ ਤਾਰੀ ਗੁਰ ਪੂਰੈ ਹਰ ਉਪਦੇਸਿਆ ਗੁਰ ਵਿਟੜਿਓ ਹਉ ਸਦ ਵਾਰੀ ਜੇ ਸੌ ਚੰਦਾ ਉਗਵਹਿ ਸੂਰਜ ਚੜ੍ਹੈ ਹਜ਼ਾਰ ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ ਏਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸ਼ਹਿਨਸ਼ਾਹ ਦੀ ਨਿਰਮਲ ਹਜ਼ੂਰੀ 'ਚ ਸੁਭਾਇਮਾਨ ਸਨਮਾਨਯੋਗ ਗੁਰੂ ਸਵਾਰੇ ਸਤਿਗੁਰੂ ਦਾ ਖਾਸ ਰੂਪ ਖਾਲਸਾ ਸਾਧ ਸੰਗਤ ਗੁਰਮਤਿ ਵਿਚਾਰਾਂ ਤੋਂ ਪਹਿਲਾਂ ਸਾਰੀਆਂ ਸੰਗਤਾਂ ਮਿਲ ਕੇ ਗੁਰ ਫਤਿਹ ਦੀ ਸਾਂਝ ਪਾਈਏ। ਕੋਈ ਰਸਨਾ ਬਿਰਥੀ ਨਾ ਰਹੇ। ਸਾਰੇ ਇਕਾਗਰ ਚਿੱਤ ਹੋਵੋ, ਮਨ ਬਿਰਤੀ ਟਿਕਾਓ, ਲਵਾਓ ਹਾਜ਼ਰੀਆਂ ਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਬਨਾਸੀ ਪੁਰਖ ਹੈ।
ਉਹ ਅਬਨਾਸੀ ਪੁਰਖ ਹੈ, ਸਭ ਮੈਂ ਰਿਹਾ ਸਮਾਏ। ਅੰਦਰ ਸਚਾ ਨਿਉ ਲਾਇਆ ਪ੍ਰੀਤਮ ਆਪਣੇ। ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਤਨ ਵੀ ਨਿਹਾਲ ਤੇ ਮਨ ਵੀ ਨਿਹਾਲ ਜਦੋਂ ਗੁਰੂ ਮੇਰੇ ਸਾਹਮਣੇ ਬੈਠਾ। ਤੇ ਜਦੋਂ ਇਹ ਆਖਦੀ ਹੈ ਵੀ ਗੁਰੂ ਮੇਰੇ ਸਾਹਮਣੇ, ਇਹਦਾ ਸਿੱਧਾ ਜਿਹਾ ਮਤਲਬ ਹੈ ਵੀ ਮੈਂ ਗੁਰੂ ਦੇ ਸਾਹਮਣੇ। ਜੇ ਗੁਰੂ ਮੇਰੇ ਸਾਹਮਣੇ ਤੇ ਮੈਂ ਗੁਰੂ ਦੇ ਸਾਹਮਣੇ, ਇੱਕ ਦੂਜੇ ਦੇ ਦੋਵੇਂ ਸਾਹਮਣੇ ਹੋ ਗਏ ਨਾ। ਆਪਾਂ ਸਾਹਮਣੇ ਹੋਏ ਗੁਰੂ ਦੇ ਕਿ ਨਹੀਂ? ਕਿਉਂਕਿ ਜਿਸ ਦਿਨ ਆਪਾਂ ਗੁਰੂ ਦੇ ਸਾਹਮਣੇ ਹੋ ਗਏ ਨਾ, ਸਤਿਗੁਰੂ ਨੇ ਬਾਣੀ 'ਚ ਫੈਸਲਾ ਕਰ ਦਿੱਤਾ ਵੀ ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ, ਜਾਂ ਗੁਰ ਦੇਖਾਂ ਸਾਹਮਣੇ। ਜੇ ਤਨ ਤੇ ਮਨ ਖੜਾਓ ਵਿੱਚ ਅਜੇ ਤੱਕ ਨਹੀਂ ਆਇਆ, ਜੇ ਤਨ ਤੇ ਮਨ ਅਜੇ ਹਰਿਆ ਨਹੀਂ ਹੋਇਆ, ਜੇ ਤਨ ਤੇ ਮਨ ਅਜੇ ਤੱਕ ਨਿਹਾਲ ਨਹੀਂ ਹੋਇਆ, ਤੂੰ ਗੁਰੂ ਦੇ ਸਾਹਮਣੇ ਨਹੀਂ ਬੈਠਾ। ਫਿਰ ਆਪਾਂ ਦੇਖੋ ਕਹਿੰਦੇ ਨਾ ਕਿ ਆਪਾਂ ਗੁਰੂ ਦੇ ਸਾਹਮਣੇ ਬੈਠੇ। ਹੁਣ ਸਾਰੇ ਆਪਾਂ ਸੰਗਤ 'ਚ ਬੈਠੇ ਆ, ਦਾਸ ਕਥਾ ਕਰ ਰਿਹਾ। ਹੁਣ ਮੈਂ ਇਹ ਗੱਲ ਕਹਿ ਸਕਦਾ ਵੀ ਗੁਰੂ ਗ੍ਰੰਥ ਸਾਹਿਬ ਮੇਰੇ ਸਾਹਮਣੇ। ਆਪ ਸਾਰੇ ਇਹ ਕਹਿ ਸਕਦੇ ਜੇ ਵੀ ਗੁਰੂ ਗ੍ਰੰਥ ਸਾਹਿਬ ਦੇ ਮੈਂ ਸਾਹਮਣੇ ਬੈਠਾ, ਮੇਰੇ ਗੁਰੂ ਗ੍ਰੰਥ ਸਾਹਿਬ ਸਾਹਮਣੇ, ਮੈਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ। ਪਰ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦਾ ਬਚਨ ਹੈ ਵੀ ਜਦੋਂ ਤੂੰ ਗੁਰੂ ਦੇ ਸਾਹਮਣੇ ਹੋ ਗਿਆ ਨਾ, ਤੇ ਤਨ ਮਨ ਹੋਏ ਨਿਹਾਲ। ਜਤ ਪਹਾਰਾ ਧੀਰਜ ਸੁਨਿਆਰ, ਅਹਰਨ ਮਤ ਵੇਦ ਹਥਿਆਰ। ਭਾਉ ਖਲਾ ਅਗਨ ਤਪ ਤਾਉ, ਭਾਂਡਾ ਪਾਉ ਅੰਮ੍ਰਿਤ ਤਿਤ ਢਾਲ। ਘੜੀਏ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨ ਕਾਰ। ਨਾਨਕ ਨਦਰੀ ਨਦਰ ਨਿਹਾਲ, ਤਨ ਮਨ ਹੋਏ ਨਿਹਾਲ। ਜਾਂ ਗੁਰ ਦੇਖਾਂ ਸਾਹਮਣੇ, ਇਹਦਾ ਭਾਵ ਫਿਰ ਅੱਖੀਆਂ ਦੇ ਸਾਹਮਣੇ ਦੀ ਗੱਲ ਨਹੀਂ। ਜਿਹੜੀਆਂ ਸਾਡੀਆਂ ਆਹ ਅੱਖੀਆਂ, ਜਿਹੜੇ ਸਾਡੇ ਆਹ ਦੋ ਨੇਤਰ ਰੱਬ ਨੇ ਸਾਨੂੰ ਦਿੱਤੇ ਆ, ਇਹਦਾ ਭਾਵ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਤ, ਆਪਣੇ ਗੁਰੂ ਨੂੰ ਤੱਕਣ ਦੀ ਬਾਤ, ਗੁਰੂ ਦੇ ਸਾਹਮਣੇ ਹੋਣ ਦੀ ਬਾਤ, ਇਹਨਾਂ ਨੇਤਰਾਂ ਦੀ ਗੱਲ ਨਹੀਂ ਕੀ। ਮੈਂ ਭਗਤ ਕਬੀਰ ਸਾਹਿਬ ਦਾ ਇੱਕ ਬਚਨ ਪੜ੍ਹਿਆ, ਅੰਗਾਂ ਦੀ ਗੱਲ ਕੀਤੀ ਉਹਨਾਂ ਨੇ। ਕਹਿਣ ਲੱਗੇ ਜਦੋਂ ਮੈਂ ਗੁਰੂ ਦੇ ਸਾਹਮਣੇ ਆਇਆ ਨਾ, ਹੁਣ ਵੇਖਿਓ ਵੀ ਆਪਾਂ ਸਾਹਮਣੇ ਆਏ ਕਿ ਨਹੀਂ ਅਜੇ। ਉਹਦੇ ਸਾਹਮਣੇ ਆਉਣ ਨਾਲ ਦੋ ਕੰਮ ਹੋਣੇ ਆ। ਭਗਤ ਕਬੀਰ ਸਾਹਿਬ ਕਹਿੰਦੇ ਵੀ ਆਹ ਦੋ ਕੰਮ ਮੇਰੇ ਤੇ ਹੋ ਗਏ ਜੇ। ਪੁੱਛਿਆ ਵੀ ਕੀ? ਕਬੀਰ ਸਾਹਿਬ ਕਹਿੰਦੇ ਵੀ ਮੈਂ ਆਪਣੇ ਗੁਰੂ ਦੇ ਸਾਹਮਣੇ ਆ ਗਿਆ। ਤੇ ਉਹਨੇ ਪਤਾ ਕੀ ਕੀਤਾ? ਉਹਨੇ ਪਹਿਲੇ ਨੰਬਰ ਤੇ ਮੈਨੂੰ ਗੁੰਗਾ ਤੇ ਬੋਲਾ ਕਰਤਾ। ਉਹਨੇ, ਜਿਹੜਾ ਬੰਦਾ ਬੋਲਾ ਹੁੰਦਾ ਨਾ, ਉਹ ਗੁੰਗਾ ਵੀ ਹੁੰਦਾ ਹੈ। ਡਾਕਟਰ ਜਦੋਂ ਕਿਸੇ ਗੂੰਗੇ ਬਹਿਰੇ ਬੱਚੇ ਦਾ ਇਲਾਜ ਕਰਦੇ, ਉਹਦੀ ਜ਼ੁਬਾਨ ਦਾ ਇਲਾਜ ਨਹੀਂ ਕਰਦੇ, ਉਹਦੇ ਕੰਨਾਂ ਦਾ ਇਲਾਜ ਕਰਦੇ। ਕਿਉਂਕਿ ਉਹਨੇ ਅਜੇ ਤੱਕ ਸੁਣਿਆ ਹੀ ਨਹੀਂ ਕੁਛ ਵੀ, ਉਹਨੇ ਜ਼ਿੰਦਗੀ 'ਚ ਕੁਝ ਸੁਣਿਆ ਹੀ ਨਹੀਂ। ਸੁਣੇਗਾ ਤੇ ਬੋਲੇਗਾ। ਕਈ ਬੱਚੇ ਬੜੇ ਲੇਟ ਬੋਲਦੇ ਆ, 3-3 4-4 ਸਾਲ ਦੇ ਹੋ ਕੇ ਕਈ ਬੱਚੇ ਬੋਲਦੇ ਆ। ਤੇ ਕਈ ਵਾਰੀ ਮਾਤਾ ਪਿਤਾ ਚਿੰਤਤ ਹੋ ਜਾਂਦੇ ਵੀ ਇਹ ਗੱਲਾਂ ਨਹੀਂ ਕਰਦਾ, ਬੋਲਦਾ ਨਹੀਂ ਗਾ। ਤੇ ਡਾਕਟਰ ਕੋਲ ਲੈ ਕੇ ਜਾਈਏ ਨਾ, ਇਹ ਕੋਈ ਸੁਣੀ ਹੋਈ ਗੱਲ ਨਹੀਂ ਮੈਂ ਕਰਦਾ, ਵੇਖਿਆ ਮੈਂ। ਡਾਕਟਰ ਦੇ ਕੋਲ ਲੈ ਕੇ ਜਾਈਏ ਵੀ ਇਹ 3 ਸਾਲ ਦਾ ਹੋ ਗਿਆ, ਗੱਲਾਂ ਨਹੀਂ ਕਰਦਾ। ਡਾਕਟਰ ਕਹਿੰਦਾ ਸੁਣਦਾ ਵਾ ਨਾ? ਉਹਨੂੰ ਕਿਹਾ ਵੀ ਹਾਂ ਸੁਣਦਾ। ਕਹਿੰਦਾ ਬੋਲੂਗਾ। ਜੇ ਨਿਆਣਾ ਸੁਣਦਾ ਨਾ, ਇਹ ਬੋਲੇਗਾ। ਕਮਜ਼ੋਰ ਹੋ ਸਕਦਾ, ਅੰਦਰ ਦੀ ਕੋਈ ਕਮਜ਼ੋਰੀ ਹੋ ਸਕਦੀ ਹੈ, ਪਰ ਇਹਨੇ ਬੋਲਣਾ ਕਿਉਂਕਿ ਸੁਣਦਾ। ਪਰ ਜਿਹੜੀ ਮੈਂ ਗੱਲ ਕਰਨੀ ਹੈ, ਕਬੀਰ ਸਾਹਿਬ ਕਹਿੰਦੇ ਵੀ ਸਤਿਗੁਰ ਦੇ ਮੈਂ ਸਾਹਮਣੇ ਗਿਆ ਤੇ ਸਤਿਗੁਰ ਨੇ ਇੱਕ ਕੰਮ ਕੀਤਾ। ਕੀ? ਕਹਿੰਦੇ ਮੇਰੇ ਤੀਰ ਮਾਰ ਦਿੱਤਾ ਉਹਨੇ। ਬਾਣ ਲਿਖਿਆ ਉਹਨਾਂ, ਬਾਣ। ਕਹਿੰਦੇ ਮੇਰੇ ਸਤਿਗੁਰ ਨੇ ਮੇਰੇ ਬਾਣ ਮਾਰ ਦਿੱਤਾ, ਤੀਰ।
ਤੇ ਨਾਲੇ ਤੇ ਮੈਂ ਹੋ ਗਿਆ ਜੇ ਗੂੰਗਾ ਬੋਲਾ, ਤੇ ਇੱਕ ਕੰਮ ਹੋਰ ਕਰ ਦਿੱਤਾ ਉਹਨੇ, ਭਾਵੇਂ ਇਹਨੂੰ ਜੇ ਗੂੰਗਾ ਵੱਖਰਾ ਤੇ ਬੋਲਾ ਵੱਖਰਾ ਕਹਿਣਾ ਹੋਏ, ਤੇ ਤੀਜਾ ਇਹ ਜੇ ਵੀ ਮੈਨੂੰ ਪਿੰਗਲਾ ਕਰਤਾ ਉਹਨੇ, ਪਿੰਗਲਾ ਬਣਾਤਾ ਮੈਨੂੰ ਸਤਿਗੁਰ ਨੇ। ਹੈਰਾਨੀ ਵਾਲੀ ਗੱਲ ਹੀ ਹੈ ਨਾ, ਵੀ ਸਤਿਗੁਰ ਦੇ ਕੋਲ ਦੇ ਆ ਕੇ ਰਾਜੀ ਹੋਣਾ ਸਗੋਂ, ਤੇ ਸਤਿਗੁਰ ਨੇ ਗੂੰਗਾ ਬੋਲਾ ਵੀ ਕਰਤਾ ਤੇ ਪਿੰਗਲਾ ਵੀ ਬਣਾਤਾ। ਉਹ ਕਹਿੰਦਾ ਤੀਰ ਮਾਰਿਆ ਮੇਰੇ। कबीर गूंगा हुआ बावरा, कबीर गूंगा हुआ बावरा, बहरा हुआ कान, कन्ना तो बुढ़ा, बहरा हुआ कान, पावों ते पिंगल पया, पैरों तो उन्हें की कर दिता पिंगला। कहने लगे पावों ते पिंगल पया, पर कादे नाल कीता उन्हें, मारिया सतगुर बाण। ਤੇ ਜਿਹੜਾ ਬਾਣ ਵੱਜਦਾ ਨਾ ਕਿਸੇ ਦੇ, ਤੀਰ ਸਾਹਮਣੇ ਹੋਣ ਤੋਂ ਬਿਨਾਂ ਨਹੀਂ ਗਾ ਵੱਜਣਾ ਹੈ। ਜਿਹੜਾ ਤੀਰ ਹੈ ਸਾਹਮਣੇ ਨਿਸ਼ਾਨਾ ਬੰਨਿਆ ਜਾਣਾ। ਸਾਹਮਣੇ ਦੀ ਕਿਉਂ ਗੱਲ ਕਰ ਰਿਹਾ ਮੈਂ? ਤਨ ਮਨ ਹੋਏ ਨਿਹਾਲ ਜਾਂਗੁਰ ਦੇਖਾਂ ਸਾਹਮਣੇ। ਗੁਰੂ ਨੇ ਤੀਰ ਮਾਰਿਆ ਮੇਰੇ ਤੇ ਵਿੰਨ ਕੇ ਰੱਖਤਾ ਉਹਨੇ। ਤੇ ਪੁੱਛਿਆ ਕਬੀਰ ਸਾਹਿਬ ਨੂੰ ਵੀ ਪਿੱਠ 'ਚ ਵੀ ਤੇ ਮਾਰ ਹੀ ਸਕਦਾ, ਜਿਹੜਾ ਤੀਰ ਆ ਪਿੱਠ 'ਚ ਵੀ ਤੇ ਮਾਰ ਹੀ ਸਕਦਾ। ਉਹ ਕਹਿੰਦਾ ਮਾਰਿਆ ਹੋਊਗਾ ਕਿਸੇ ਦੇ ਪਿੱਠ 'ਚ, ਪਰ ਮੇਰੇ ਕਾਲਜੇ 'ਚ ਮਾਰਿਆ ਉਹਨੇ। ਤੇ ਕਾਲਜੇ 'ਚ ਕਿੱਥੋਂ ਵੱਜਣਾ? ਸਾਹਮਣੇ। ਕਬੀਰ ਸਤਿਗੁਰ ਸੂਰ ਮੈਂ ਬਾਇਆ ਬਾਣ ਜੋ ਏਕ, ਲਾਗਤ ਹੀ ਭੋਏ ਮਿਲ ਗਿਆ ਪਰਿਆ ਕਲੇਜੇ ਸ਼ੇਕ। ਕਾਲਜੇ 'ਚ ਮਾਰਿਆ ਨੇ ਆ ਖਿੱਚ ਕੇ। ਕਿਹੜਾ ਤੀਰ ਆ? ਜਿਹੜਾ ਸਤਿਗੁਰ ਨੇ ਮਾਰਿਆ। ਪਰਿਆ ਕਲੇਜੇ ਸ਼ੇਕ, ਕਾਲਜੇ 'ਚ ਛੇਕ ਕਰਕੇ ਦਿਲ 'ਚ ਛੇਕ ਕਰਤਾ ਮੇਰੇ ਉਹਨੇ। ਤੇ ਜਦੋਂ ਦਾ ਛੇਕ ਕਰ ਦਿੱਤਾ ਉਹਨੇ, ਉਹਦੇ ਪੈਰਾਂ ਤੇ ਡਿੱਗ ਪਿਆ, ਹੁਣ ਉੱਠਿਆ ਨਹੀਂ ਜਾਂਦਾ। ਉਹਦੇ ਚਰਨਾਂ ਤੇ ਡਿੱਗ ਪਿਆ, ਹੁਣ ਨਹੀਂ ਉੱਠਿਆ ਜਾਂਦਾ। ਕਹਿਣ ਲੱਗੇ ਸ਼ਬਦ ਦਾ ਮਾਰਿਆ ਤੀਰ, ਗੁਰੂ ਨੇ ਸ਼ਬਦ ਦਾ ਮਾਰਿਆ ਤੀਰ, ਦੂਸਰਿਆਂ ਦੀ ਨਿੰਦਿਆ ਬੁਰਿਆਈ ਤੇ ਝੂਠ ਵਾਲੇ ਪਾਸਿਓਂ ਜ਼ਬਾਨ ਨੂੰ ਗੂੰਗੀ ਕਰਤਾ ਉਹਨੇ। ਗੂੰਗਾ ਹੋ ਗਿਆ। ਦੂਸਰਿਆਂ ਦੀ ਨਿੰਦਿਆ ਬੁਰਿਆਈ, ਚੁਗਲੀਆਂ, ਝੂਠ, ਅਪਰਾਧ, ਰਸਨਾ ਨਾਲ ਬੋਲਣਾ, ਤਰ੍ਹਾਂ ਤਰ੍ਹਾਂ ਦੇ ਚਸਕਿਆਂ 'ਚ ਰਸਨਾ ਨੇ ਖਚਤ ਹੋ ਜਾਣ। ਕਹਿਣ ਲੱਗੇ ਨਾ ਕੋਈ ਨਿੰਦਿਆ, ਨਾ ਕੋਈ ਦਵੈਸ਼ ਦੀਆਂ ਗੱਲਾਂ, ਨਾ ਕੋਈ ਪਾਪ ਅਪਰਾਧ ਦੀਆਂ ਬਾਤਾਂ, ਤੇ ਨਾ ਇਹਦੇ ਤੇ ਝੂਠ ਆਉਂਦਾ। ਗੁਰੂ ਅਰਜਨ ਦੇਵ ਸਾਹਿਬ ਸੁਖਮਣੀ ਸਾਹਿਬ 'ਚ ਪਤਾ ਕੀ ਕਹਿੰਦੇ? ਕਹਿੰਦੇ ਜਿਹੜਾ ਝੂਠ ਵਾ ਨਾ, ਇੱਕ ਦੇ ਝੂਠ ਬੋਲਣਾ, ਝੂਠ ਤੇਰੀ ਰਸਨਾ ਨਾਲ ਟੱਚ ਵੀ ਨਾ ਕਰੇ, ਛੋਏ ਵੀ ਨਾ ਤੇਰੀ ਰਸਨਾ ਨਾਲ। ਇਹਨਾਂ ਪੰਕਤੀਆਂ ਦੇ ਇਹ ਅਰਥ ਜੇ, ਮਿਥਿਆ ਨਾ ਹੀ ਰਸਨਾ ਪਰਸ। ਪਰਸ ਦਾ ਅਰਥ ਹੁੰਦਾ ਸਪਰਸ਼ ਕਰਨਾ, ਟੱਚ ਕਰਨਾ, ਤੇ ਮਿਥਿਆ ਦਾ ਅਰਥ ਝੂਠ। ਮਿਥਿਆ ਨਾ ਹੀ ਰਸਨਾ ਪਰਸ, ਤੇਰੀ ਰਸਨਾ ਦੇ ਨਾਲ ਝੂਠ ਸਪਰਸ਼ ਵੀ ਨਾ ਕਰੇ, ਛੋਏ ਵੀ ਨਾ ਤੇਰੀ ਜ਼ੁਬਾਨ ਨਾਲ। ਸਾਹਿਬ ਸੱਚੇ ਪਾਤਸ਼ਾਹ ਕੀ ਕਹਿੰਦੇ? ਗੂੰਗਾ ਹੁਆ ਬਾਵਰਾ, ਕਸਮ ਦੀ ਬਾਣੀ ਕਹਿੰਦੀ ਹੈ। ਭਗਤ ਕਬੀਰ ਸਾਹਿਬ ਬੋਲੇ, ਕਹਿੰਦੇ ਮੈਂ ਗੂੰਗਾ ਹੋ ਗਿਆ ਦੂਜਿਆਂ ਦੀ ਨਿੰਦਿਆ ਬੁਰਿਆਈ ਦੀਆਂ ਬਾਤਾਂ ਕਰਨ ਵਾਲੇ ਪਾਸਿਓਂ, ਝੂਠ ਬੋਲਣ ਵਾਲੇ ਪਾਸਿਓਂ ਗੂੰਗਾ ਕਰ ਦਿੱਤਾ ਉਹਨੇ। ਬਹਿਰਾ ਹੁਆ ਕਾਨ, ਨਿੰਦਿਆ ਦਵੈਸ਼ ਈਰਖਾ ਦੀਆਂ ਗੱਲਾਂ ਸੁਣਨ ਵਾਲੇ ਪਾਸਿਓਂ, ਆ ਤਰ੍ਹਾਂ ਤਰ੍ਹਾਂ ਦੀਆਂ ਵਿਸ਼ਿਆਂ ਵਕਾਰਾਂ ਦੀਆਂ ਗੱਲਾਂ ਸੁਣਨ ਵਾਲੇ ਪਾਸਿਓਂ ਉਹਨੇ ਮੈਨੂੰ ਬੋਲਾ ਕਰ ਦਿੱਤਾ। ਪਾਵੋਂ ਤੇ ਪਿੰਗਲ ਭਇਆ, ਇਹ ਜਿਹੜੇ ਪੈਰ ਆ ਇਹ ਹੁਣ ਵਿਸ਼ਿਆਂ ਵਕਾਰਾਂ ਵਾਲੇ ਪਾਸਿਓਂ, ਸ਼ਰਾਬਾਂ ਕਬਾਬਾਂ ਵਾਲੇ ਪਾਸੇ, ਆ ਤਰ੍ਹਾਂ ਤਰ੍ਹਾਂ ਦੇ ਪੱਬਾਂ ਕਲੱਬਾਂ ਵਾਲੇ ਪਾਸੇ ਜਾਣ ਤੋਂ ਪਿੰਗਲੇ ਹੋ ਗਏ ਹੁਣ ਮੇਰੇ ਪੈਰ। ਉੱਠਿਆ ਨਹੀਂ ਜਾਂਦਾ, ਜਾਇਆ ਨਹੀਂ ਜਾਂਦਾ, ਉੱਧਰ ਤੁਰਦੇ ਹੀ ਨਹੀਂ ਹੁਣ। ਜੇ ਕੋਈ ਗੱਲ ਕਰੇ ਵੀ ਮੇਰੇ ਨਾਲ ਤੇ ਪੈਰ ਹੀ ਪਿੰਗਲੇ ਆ, ਜਾਣਾ ਕਿਵੇਂ? ਪਿੰਗਲਾ ਹੋ ਗਿਆ ਮੈਂ ਉਹਨਾਂ ਦਾ। ਪਾਵੋ ਤੇ ਪਿੰਗਲ ਭਇਆ, ਪਰ ਇਹ ਕੰਮ ਕਿਸ ਕੁ ਦਿਨ ਦਾ ਹੋਇਆ? ਮਾਰਿਆ ਸਤਿਗੁਰ ਬਾਣ, ਜਿਸ ਦਿਨ ਦਾ ਮੇਰੇ ਸਤਿਗੁਰੂ ਨੇ ਸ਼ਬਦ ਦਾ, ਬਾਣੀ ਦਾ ਬਾਣ ਮਾਰ ਦਿੱਤਾ ਹੈ, ਸ਼ਬਦ ਦਾ ਤੀਰ ਮਾਰ ਦਿੱਤਾ ਜਿਸ ਦਿਨ ਦਾ। ਐਸਾ ਮਨ ਹਿਰਦਾ ਅੰਤਸ਼ ਕਰਨ ਵਿੱਝ ਗਿਆ, ਉਹਦੇ ਚਰਨਾਂ ਤੋਂ, ਉਹਦੇ ਦਰ ਤੋਂ ਹੁਣ ਮੇਰੇ ਕੋਲੋਂ
उठिया नहीं जाता। कबीर सतगुर सूरमे योधा वा मेरा सतगुर, बड़ा वड्डा सूरबीर है मेरा सतगुर। कबीर सतगुर सूरमे बाया बाण जो एक, ते जिस दिन का उन्हें बाण मार दिता लागत ही पोए मिल गया। एक जगह जो होर भी श्लोक आता उत्थे लिखा लागत ही पोए गिर भरिया, 2 बारी आता है, चेता रखना है। बड़े शब्द ऐसे है जोड़े थोड़े थोड़े फर्क नाल गुरु ग्रंथ साहब आते हैं, अर्थ उन्होंने का एको ही होंदा जी, ये चेता रखना। श्री गुरु ग्रंथ साहब च जपजी साहब का श्लोक पढ़ते जी, पावन गुरु पानी पिता माता धरत महत, माज राग दी वार च महला दूजा दे सरलेख हेठ दूजी बारी फिर आया। ये 4 फर्क वा, श्लोक पढ़न वेले ध्यान रखना। वो 4 अंतर ने, पर दोवां दा अर्थ एको ही है। सो दर तेरा केहा सो घर केहा जित बह सर्ब संभाले, ये शब्द गुरु ग्रंथ साहब 3 बारी आया। एक बारी जपजी साहब जपजी साहब ते किन्ने फर्क वा दोवां च उचारण च। सो दर केहा सो घर केहा जित बह सर्ब संभाले जपजी साहब। सो दर तेरा केहा सो घर केहा जित बह सर्ब संभाले। वाजे नाद अनेक असंखा जपजी साहब। वाजे तेरे नाद अनेक असंखा केते तेरे वामन हार जपजी साहब ते रह रास। एक बारी गुरु ग्रंथ साहब दे विच जपजी साहब एक जगह ते 8 अंग ते सोदर दे विच, तीसरी बारी ये शब्द आया 347 अंग ते गुरु ग्रंथ साहब च, जिथों आसा राग शुरू होंदा वा उथे इन्हां दोवां नाल ही नहीं मिलदा। ये जिहड़ा जपजी साहब वाला सोदर है, जिहड़ा रह रास साहब च सोदर पढ़दे जी, ये 2 हो गए। ये जिहड़ा सोदर तेरा कहा सो घर कहा ना, ये 347 अंग ते फिर जाके आया तीजी बारी, ते तिन्ने उचारण करन विच एक दूजे नाल बोलण विच नहीं रलदे। रलदे दा मतलब भी अंतर वा इन्हां च, पर तिन्नां दे अर्थ इको ही। बड़े शब्द ने इस तरह, मेरा कोई टॉपिक नहीं बहुता है, केवल दलील मात्र गल कर रहे क्योंकि श्लोक की बात चल रही है। लागत ही पोए मिल गया परया करेजे शेख, कालजे च शेख कर दिता उन्हें मेरे। ये सिर्फ मैं बात ये कर रहा सा भी आप सतगुर के चरणों च आए बैठे हाँ, आप सतगुर के चरणों में आन के कथा कीर्तन सुन रहे हैं, पर गुरु के सामने होना जी, सतगुर के सन्मुख होना वा। किवें? सतगुर वा शब्द, ते शब्द के सामने होना चेले ने, ते चेला की है। अज आप ये गल बहुत प्रचारते हैं, तो प्रचारी भी है, तो प्रचार भी रहे हैं, तो प्रचारनी भी चाहिए है भी शरीर गुरु नहीं, सिख दा गुरु शब्द वा। जे गुरु शब्द वा शरीर गुरु नहीं, एक गल जरूर चेते च रख लियो, शरीर चेला भी नहीं गा। चेले कले शरीर करके नहीं गा बने रहना। मैं तन करके गुरु के चरणों च आ गया, शरीर करके मैं मत्था टेक दिता, ते गुरु है शब्द, ते मैं शरीर करके गुरु चरणों च आ गया। बिरती है जी, सुरत है मेरी, ध्यान है जो इंडिया तुरया फिरदा होवे, मैं चेला हैगा? फिर गुरु ते चेले का नाता, गुरु ते चेले का संबंध बन जाएगा। पावन आरंभ सतगुर मत वेला, शब्द गुरु सुरत धुन चेला। चेला कौन है? गुरु व शब्द, सुरत व चेला। जिन्नी देर शब्द अते सुरत का सुमेल नहीं होया, उन्नी देर गुरु अते चेले का मिलाप नहीं होया। ये बाणी च एक बारी नहीं आई गल, शब्द गुरु सुरत धुन चेला। ये बात भगतां ने भी पाई है। भगत नामदेव ने पूछो, वो पता की कहते जी, सोने की सुई रुपए का धागा, नामे का चित हर्षों लगा। सोने की सुई, ये सुइयां धागियां दी बाहरले कपड़े सीण दी गल्लां नहीं करदे हो, कोई बात ये अंदर हो रहा। एक हुंदा शब्द प्रतीक, बाणी की बात छड़ी है, कलगीधर पातशाह दी आपां बातां पाउणीआं, पर मेरा सुभाव आए कि जदों गुरु की भी बात करनी है, मुख रूप च बाणी है तुहाडे कोल। साडे कोल 2 चीज़ां, एक सिक्ख्या, दूजी साखी।
ਸਿੱਖਿਆ ਵਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਸਾਖੀ ਆ ਤੁਹਾਡਾ ਇਤਿਹਾਸ। ਇਸ ਲਈ ਜਦੋਂ ਵੀ ਕਦੇ ਸਾਖੀ ਦੀ ਬਾਤ ਪਾਉਣੀ ਆ ਉਦੋਂ ਪਹਿਲਾਂ ਸਿੱਖਿਆ ਨੂੰ ਸਾਥ ਲੈ ਕੇ ਚੱਲਣਾ ਨਾਲ। ਪਰ ਮੇਰੀ ਬੇਨਤੀ ਸੁਣਿਓ, ਗੁਰੂ ਗ੍ਰੰਥ ਸਾਹਿਬ 'ਚ ਐਸੇ ਬਚਨ ਬੜੇ ਆਏ ਆ ਜੀ, ਜਿਵੇਂ ਭਗਤ ਨਾਮਦੇਵ ਕਹਿੰਦੇ ਸੋਨੇ ਕੀ ਸੂਈ ਰੁਪਏ ਕਾ ਧਾਗਾ। ਰੁਪਏ ਦਾ ਅਰਥ ਹੁੰਦਾ ਚਾਂਦੀ। ਭਗਤ ਨਾਮਦੇਵ ਕਹਿੰਦੇ ਮੇਰੇ ਕੋਲ ਵਾ ਸੋਨੇ ਦੀ ਸੂਈ ਤੇ ਸੋਨੇ ਦੀ ਸੂਈ 'ਚ ਮੈਂ ਚਾਂਦੀ ਦਾ ਧਾਗਾ ਪਾਇਆ। ਇੱਥੇ ਇਹਦਾ ਮਤਲਬ ਇਹ ਆ ਵੀ ਮੇਰੇ ਕੋਲ ਪਵਿੱਤਰ ਸ਼ਬਦ ਦੀ ਸੂਈ ਆ। ਸੋਨੇ ਕੀ ਸੂਈ ਦਾ ਮਤਲਬ ਆ ਜਿਹੜੀਆਂ ਦੁਨੀਆ 'ਚ ਜਿੰਨੀਆਂ ਮਰਜ਼ੀ ਧਾਤਾਂ, ਹੀਰੇ ਜਵਾਹਰਾਤ ਕੀਮਤੀ ਲਾਲ ਬੜੇ ਜ਼ਿਆਦਾ ਕਾਸਟਲੀ ਆ, ਹੀਰੇ ਬਹੁਤ ਕੀਮਤੀ ਆ, ਪਰ ਦੁਨੀਆ 'ਚ ਜਿਹੜੀ ਬੜੀ ਪਵਿੱਤਰ ਧਾਤ ਮੰਨੀ ਗਈ ਆ ਉਹ ਸੋਨਾ। ਇਹ ਚਿੱਤ ਰੱਖਣਾ ਵਿਦਵਾਨਾਂ ਨੇ ਜੋ ਮੰਨਿਆ। ਸੋਨੇ ਕੀ ਸੂਈ, ਮੇਰੇ ਕੋਲ ਸ਼ਬਦ ਦੀ ਸੂਈ ਆ, ਉਹਦੇ ਵਿੱਚ ਮੈਂ ਚਾਂਦੀ ਦਾ ਧਾਗਾ, ਭਾਵ ਮੈਂ ਆਪਣੀ ਸੁਰਤ ਦਾ ਧਾਗਾ ਪਾਇਆ ਉਹਦੇ 'ਚ। ਸ਼ਬਦ ਦੀ ਸੂਈ ਤੇ ਸੁਰਤ ਦਾ ਧਾਗਾ। ਤੇ ਸੂਈ ਧਾਗੇ ਦਾ ਕੰਮ ਕੀ ਆ? ਕੀ ਕਰਨਾ ਉਹਨਾਂ ਨੇ? ਇਹ ਵੀ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਵਾ। ਇਹ ਵੀ ਬਚਨ ਗੁਰੂ ਗ੍ਰੰਥ ਸਾਹਿਬ 'ਚ ਆਇਆ, ਤੁਹਾਨੂੰ ਬਾਹਰ ਨਹੀਂ ਜਾਣ ਦੀ ਲੋੜ। ਹੋਏ ਪੁਰਾਣਾ ਕੱਪੜ ਪਾਟੇ ਸੂਈ ਧਾਗਾ ਗੰਢੈ, ਮਾਹੋ ਪੱਖ ਕਿਉ ਚੱਲੇ ਨਾਈ ਘੜੀ ਮੋਤ ਕਿਛ ਹੰਢੈ। ਸੂਈ ਧਾਗੇ ਦਾ ਕੰਮ ਹੈ ਟੁੱਟਿਆਂ ਨੂੰ ਗੰਢਣਾ। ਸੂਈ ਧਾਗੇ ਦਾ ਕੰਮ ਹੈ ਟੁੱਟਿਆਂ ਨੂੰ ਸੀਣਾ, ਜੋੜਨਾ। ਭਗਤ ਨਾਮਦੇਵ ਕਹਿੰਦੇ ਮੇਰੇ ਕੋਲ ਵਾ ਸ਼ਬਦ ਦੀ ਸੂਈ ਤੇ ਸ਼ਬਦ ਦੀ ਸੂਈ 'ਚ ਮੈਂ ਪਾ ਲਿਆ ਸੁਰਤ ਦਾ ਧਾਗਾ। ਤੇ ਪੁੱਛਿਆ ਕੀ ਹੋਇਆ? ਫਿਰ ਦੋਵਾਂ ਨੇ ਮਿਲ ਕੇ ਕੀ ਕੀਤਾ? ਸੂਈ ਧਾਗੇ ਨੇ, ਭਾਵ ਸ਼ਬਦ ਅਤੇ ਸੁਰਤ ਨੇ ਮਿਲ ਕੇ ਕੀ ਕੀਤਾ? सोने की सुई रुपए का धागा ते प्राप्ति नामे का चित हर स्यों लागा। जन्मा जन्मांतरां दा मेरा टुटा चित इन्हां दोवां ने मिल के ते रब नाल सी दिता, जोड़ दिता, गंढता उहदे नाल, विछोड़ा नहीं होना। ये है इन्हां दा काम। प्रतीक शब्द बाणी च बहुत आए। भगत कबीर साहब ने आख्या कहो कबीर प्रगट भई खेड़, लेले को चूंगे नित भेड़। लेले भेड़ां दा काम बाणी च की मतलब? लेले को चूंगा नित भेड़। चाहिदा ते ये सी भी जिहड़ा लेला वा वो भेड़ नूं चुंघदा। लेला भेड़ दे मगर मगर फिरे, ये ते गल समझ च आई। ते भगत कबीर जी कहंदे अचरज भई खेड़। अचरज मतलब हैरानी वाली गल वाए। उल्ट कि लेले को चूंगा नित भेड़, भेड़ लेले नूं चुंघदी है, मतलब लेले दे मगर मगर तुरी फिरदी भेड़। भेड़ प्रतीक आ बुद्धि दी, अकल। लेला प्रतीक आ मन दा। चाहिदा ये सी भी मन रूपी लेला साडी अकल दे मगर मगर तुरदा। जो साडी अकल कहंदी, साडी बुद्धि, साडा मन ओहदे मगर मगर चलदा। कबीर साहब कहंदे काम हो गया उल्टा कि जो मन रूपी लेला कहंदा वा अकल ओहदे पिछे पिछे तुरी फिरदी। उल्ट काम हो गया, बुद्धि कोलों काम लैंदा ही नहींगा। जो मन कहंदा ओहदे मगर मगर अकल नूं लई फिरदा। ये है इहदा मतलब लेले को चूंगा नित भेड़। तो साध संगत मैं शब्द सुरत की गल कर रहा सा। ऐसे बेअंत शब्द बाणी च आए, बहुत शब्द। शब्द गुरु सुरत धुन चेला। जे शब्द गुरु आ ते साध संगत जिहड़ा चेला ਉਹਦੇ ਚ जुड़ी हुई सुरत वा, ਉਹਦੇ ਚ जुड़ी हुई ਜਿਹੜੀ तेरी बिरती आ ਉਹ चेला वा। गुरु ਅਤੇ चेले ਦਾ संबंध, गुरु ਅਤੇ चेले ਦਾ नाता, गुरु ਅਤੇ चेले ਦਾ रिश्ता उस दिन बनना जिदन शब्द ਅਤੇ सुरत ਦਾ नाता बन गया। जिस दिन शब्द ਅਤੇ सुरत ਦਾ सुमेल हो गया। बाणी च मैं इत्थों तक बचन पढ़िया, मारू महला पहला बिन गुर शब्द सुरत क्यों पाइए, शब्द सुरत बिन आइए जाइए। जिन्नी देर तेरी सुरत शब्द विच नहीं जुड़ी उन्नी देर जमना मरना नहीं मुक्या। शब्द सुरत बिन आइए जाइए। शब्द आते सुरत तो बिना, इन्हां दे मिलाप तो बिना आउणा ते जाना, जमना ते मरना लगातार बनया रहेगा। इसलिए पातशाह की कहते हैं सुरत उत्थे रखियो एकाग्र। जिहड़ी बेनती कर रहा सा, तन मन होए निहाल जां गुर देखा
ਸਾਹਮਣੇ, ਸਾਹਮਣੇ ਵਾ ਸ਼ਬਦ, ਤੇ ਆਪਾਂ ਬਹਿਣਾ ਉਹਦੇ ਸਨਮੁਖ। ਕਿਹਨੇ ਬਹਿਣਾ ਉਹਦੇ ਸਨਮੁਖ? ਮੇਰੇ ਸਰੀਰ ਨੇ, ਸੁਰਤ ਨੇ। ਮੇਰੀ ਸੁਰਤ ਬਿਰਤੀ ਹੈ ਜਿਹੜੀ, ਉਹ ਗੁਰੂ ਦੇ ਸਨਮੁਖ ਹੋਵੇ, ਸ਼ਬਦ ਵਿੱਚ ਜੁੜੀ ਹੋਵੇ, ਬਾਣੀ 'ਚ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇਸ ਲਈ ਮੇਰੇ ਸਤਿਗੁਰੂ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੇ ਬਾਣੀ 'ਚ ਬਚਨ ਆਖਿਆ। ਉਹ ਕਹਿੰਦੇ, ਤਿਸ ਮਿਲੀਐ ਸਤਿਗੁਰ ਸੱਜਣੈ, ਜਿਸ ਅੰਤਰ ਹਰ ਗੁਣਕਾਰੀ। ਤਿਸ ਮਿਲੀਐ ਸਤਿਗੁਰ ਪ੍ਰੀਤਮੈ, ਜਿਨ ਹਉਮੈ ਵਿੱਚੋਂ ਮਾਰੀ। ਉਹ ਸਤਿਗੁਰੂ ਸੱਜਣ ਨੂੰ ਜਾ ਕੇ ਮਿਲੀਏ, ਉਹ ਸਤਿਗੁਰੂ ਸੱਜਣ ਦੇ ਚਰਨੀ ਪਈਏ ਜਾ ਕੇ। ਕਿਹੜੇ ਸਤਿਗੁਰ ਦੇ? ਜਿਸ ਅੰਤਰ ਹਰ ਗੁਣਕਾਰੀ, ਜਿਸ ਦੇ ਆਪਣੇ ਅੰਦਰ ਗੁਣਾਂ ਦਾ ਖਜ਼ਾਨਾ ਨਿਰੰਕਾਰ ਵਾਹਿਗੁਰੂ ਵਸਿਆ ਵਾ। ਤਿਸ ਮਿਲੀਐ ਸਤਿਗੁਰ ਪ੍ਰੀਤਮੈ, ਜਿਹੜਾ ਸਤਿਗੁਰ ਸਾਨੂੰ ਪਿਆਰ ਕਰਦਾ ਹੈ, ਜਿਹੜਾ ਸਤਿਗੁਰ ਸਾਡਾ ਪ੍ਰੀਤਮ ਆ। ਪ੍ਰੀਤਮ ਦਾ ਮਤਲਬ, ਪ੍ਰੀਤਮ ਸ਼ਬਦ ਤੁਸੀਂ ਵਰਤਦੇ ਤੇ ਪਿਆਰ 'ਚ, ਜਿਹੜਾ ਸਾਡਾ ਪਿਆਰਾ ਵਾ, ਪ੍ਰੇਮ ਕਰਦਾ ਸਾਡੇ ਨਾਲ, ਆਪਾਂ ਵੀ ਉਹਦੇ ਨਾਲ ਪ੍ਰੀਤ ਬਣਾਈਏ। ਤਿਸ ਮਿਲੀਐ ਸਤਿਗੁਰ ਪ੍ਰੀਤਮੈ। ਕੀ ਕੀਤਾ ਮੇਰੇ ਸਤਿਗੁਰ ਪ੍ਰੀਤਮ ਨੇ? ਜਿਨ ਹਉਮੈ ਵਿੱਚੋਂ ਮਾਰੀ। ਸਾਡੀ ਹਉਮੈ, ਸਾਡੇ ਅੰਦਰ ਦਾ ਹੰਕਾਰ, ਸਾਡੇ ਅੰਦਰ ਦੀ ਹਉ, ਸਾਡੇ ਅੰਦਰ ਦੀ ਆਪਣਤ ਜਿਹਨੇ ਮਾਰ ਦਿੱਤੀ ਆ, ਉਸ ਪ੍ਰੀਤਮ ਦੇ ਚਰਨਾਂ 'ਚ ਆਣ ਕੇ ਬਹੁ। ਪਤਾ ਗੁਰੂ ਰਾਮਦਾਸ ਕੀ ਕਹਿੰਦੇ ਜੀ? ਸੋ ਸਤਿਗੁਰ ਪੂਰਾ ਧਨ ਧਨ ਹੈ, ਜਿਨ ਹਰ ਉਪਦੇਸ਼ ਦੇ। ਹਰੀ ਦਾ ਉਪਦੇਸ਼ ਦੇ ਕੇ ਸਭ ਸ੍ਰਿਸ਼ਟ ਸਵਾਰੀ, ਸਾਰੀ ਸ੍ਰਿਸ਼ਟੀ ਉਹਨੇ ਸਵਾਰ ਦਿੱਤੀ ਹੈ। ਸਵਾਰ ਦਿੱਤੀ ਦਾ ਮਤਲਬ ਸਾਰੀ ਸ੍ਰਿਸ਼ਟੀ ਉਹਨੇ ਸੋਹਣੇ ਜੀਵਨ ਵਾਲੀ ਬਣਾਤੀ ਹੈ। ਮਤਲਬ ਜਿਹੜਾ ਜਿਹੜਾ ਵੀ ਸਾਰੀ ਸ੍ਰਿਸ਼ਟੀ ਚੋਂ ਉਹਦੀ ਸ਼ਰਨ ਵਿੱਚ ਆ ਗਿਆ ਵਾ, ਉਹਨੇ ਉਹਨੂੰ ਜੀਵਨ ਸੋਹਣਾ ਦੇ ਦਿੱਤਾ। ਜਿਹੜੇ ਜਿਹੜੇ ਉਹਦੀ ਸ਼ਰਨ ਵਿੱਚ ਆ ਗਏ ਉਹਨੇ ਨਿਵਾਸ ਲਏ। ਜਿਹੜੇ ਜਿਹੜੇ ਉਹਦੀ ਸ਼ਰਨ ਵਿੱਚ ਪੈ ਗਏ ਆ, ਉਹਨੇ ਧਰਤੀ ਤੋਂ ਚੁੱਕ ਕੇ ਗਲ ਨਾਲ ਲਾ ਲਏ। ਇਹ ਚੇਤੇ ਰੱਖਿਓ, ਜਿਹੜੇ ਸ਼ਰਨ ਨਹੀਂ ਆਏ ਠੋਕਰਾਂ ਖਾਂਦੇ ਰਹੇ। ਭਾਈ ਸਾਹਿਬ ਭਾਈ ਵੀਰ ਸਿੰਘ ਨੇ ਸ਼ਰਨ ਵਿੱਚ ਆਉਣ ਦਾ ਅਰਥ ਪਤਾ ਕੀ ਕੀਤਾ? ਉਹ ਕਹਿੰਦੇ ਗੁਰੂ ਦੀ ਸ਼ਰਨ ਵਿੱਚ ਆਉਣ ਦਾ ਮਤਲਬ ਕੱਲਾ ਮੱਥਾ ਟੇਕਣਾ ਨਹੀਂ। ਗੁਰੂ ਦੀ ਸ਼ਰਨ ਵਿੱਚ ਆਉਣਾ ਕੇਵਲ ਤੇ ਕੇਵਲ ਗੁਰੂ ਦੀ ਪਰਿਕਰਮਾ ਕਰਨੀ ਨਹੀਂ। ਗੁਰੂ ਦੀ ਸ਼ਰਨ ਵਿੱਚ ਆਉਣ ਦਾ ਭਾਵ ਕੇਵਲ ਤੇ ਕੇਵਲ ਗੁਰੂ ਅੱਗੇ ਭੇਟਾ ਅਰਪਣ ਕਰ ਦੇਣੀਆਂ ਨਹੀਂ। ਭਾਈ ਵੀਰ ਸਿੰਘ ਹਰਾਂ ਨੇ ਇੱਕ ਜਗ੍ਹਾ ਤੇ ਲਿਖਿਆ, ਕਹਿੰਦੇ ਸਤਿਗੁਰ ਦੀ ਸ਼ਰਨ ਵਿੱਚ ਆਉਣ ਦਾ ਮਤਲਬ ਆ ਆਪਣਾ ਤਨ ਮਨ ਗੁਰੂ ਦੇ ਅੱਗੇ ਭੇਟ ਕਰਕੇ ਆਪਣਾ ਆਪਾ ਸਰੈਂਡਰ ਕਰ ਦੇਣਾ ਉਹਦੇ ਅੱਗੇ। ਇਹ ਆ ਗੁਰੂ ਦੀ ਸ਼ਰਨ ਵਿੱਚ ਆਉਣ ਦਾ ਭਾਵ। ਇਹ ਆ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਜੁੜਨ ਦਾ ਮਕਸਦ, ਪ੍ਰਯੋਜਨ ਹੈ ਜਿਹੜਾ ਸਾਡਾ, ਕਿ ਆਪਣਾ ਆਪਾ ਗੁਰੂ ਅੱਗੇ ਰੱਖ ਦਈਏ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈ ਹੈ। ਰੱਖੋ ਆਪਣੀ ਸ਼ਰਨ ਪ੍ਰਭ, ਮੋਹਿ ਕਿਰਪਾ ਧਾਰੇ। ਸੇਵਾ ਕਛੂ ਨਾ ਜਾਨੂ, ਨੀਚ ਮੂਰਖਾਰੇ। ਮਾਨ ਕਰੋ ਤੁਦੇ ਉਪਰੇ ਮੇਰੇ ਪ੍ਰੀਤਮ ਪਿਆਰੇ। ਤਿਸ ਮਿਲੀਐ ਸਤਿਗੁਰ ਪ੍ਰੀਤਮ ਹੈ। ਮਾਨ ਕਰੋ ਤੁਦੇ ਉਪਰੇ ਮੇਰੇ ਪ੍ਰੀਤਮ ਪਿਆਰੇ। ਤਿਸ ਮਿਲੀਐ ਸਤਿਗੁਰ ਪ੍ਰੀਤਮ ਹੈ। ਉਸ ਪ੍ਰੀਤਮ ਪਿਆਰੇ ਸਤਿਗੁਰ ਦੇ ਚਰਨਾਂ ਵਿੱਚ ਜਾ ਕੇ ਮਿਲ ਗਏ। ਕਿੰਨੇ ਲੋਕ ਸਨ ਜਿਹੜੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਆਣ ਕੇ ਦੇਸ਼ਾਂ ਵਿਦੇਸ਼ਾਂ ਤੋਂ ਹਜ਼ਾਰਾਂ ਮੀਲ ਦੂਰੋਂ ਚੱਲ ਕੇ ਆ ਕੇ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚੋਂ ਲਾਹਾ ਲੈ ਜਾਂਦੇ ਸੀ, ਆਨੰਦ ਮਾਣ ਜਾਂਦੇ ਸੀ। ਤੇ ਕਿੰਨੇ ਸਨ ਜਿਹੜੇ ਕੋਲ ਲੈ ਕੇ ਖਾਲੀ ਰਹਿ ਗਏ। ਕੀ ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਜਿੰਨੇ ਰਹਿੰਦੇ ਸੀ ਉਹ ਸਾਰੇ ਮੁਕਤ ਹੋ ਗਏ? ਅਨੰਦਪੁਰ ਸਾਹਿਬ ਦੇ ਆਲੇ ਦੁਆਲੇ ਜਿਹੜੀਆਂ ਪਹਾੜੀ ਰਾਜਿਆਂ ਦੀਆਂ 22 ਰਿਆਸਤਾਂ, ਉਹ ਸਾਰੇ ਈਰਖਾ ਕਰਦੇ ਰਹੇ ਕਲਗੀਧਰ ਪਾਤਸ਼ਾਹ ਨਾਲ। ਔਰ ਕਮਾਲ ਦੀ ਗੱਲ ਦੱਸਾਂ, ਜਿਹੜੀ ਰਿਆਸਤ ਦੇ ਵਿੱਚ ਅਨੰਦਪੁਰ ਸਾਹਿਬ ਆਉਂਦਾ ਵਾ, ਉਹ ਰਾਜਾ ਸਭ ਤੋਂ ਜ਼ਿਆਦਾ ਵਿਰੋਧੀ ਸੀ, ਗੁਰੂ ਕਲਗੀਧਰ ਪਾਤਸ਼ਾਹ। ਇਹ ਜਿਹੜੀ ਰਿਆਸਤ ਸੀ, ਇਹਦਾ ਨਾਂ ਸੀ ਕਹਿਲੂਰ। ਕਹਿਲੂਰ ਰਿਆਸਤ ਦਾ ਰਾਜਾ ਸੀ ਭੀਮ ਚੰਦ। ਬੜਾ ਤਕੜਾ ਹੰਕਾਰੀ ਬੰਦਾ ਸੀ ਇਹ, ਤੇ ਬੜਾ ਤਕੜਾ ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਦਾ ਵਿਰੋਧੀ ਇਨਸਾਨ ਸੀ। ਆਖਰੀ ਦਮ ਤੱਕ ਈਰਖਾ ਕਰਦਾ ਰਿਹਾ ਭੀਮ ਚੰਦ। ਭੰਗਾਣੀ ਦਾ ਜੰਗ ਜਿਹੜਾ ਇਹਦੀ ਕਰਤੂਤ ਕਰਕੇ ਹੋਇਆ ਸੀ, ਜਿਸ ਵਿੱਚ ਇਹਨਾਂ ਦਾ ਸਾਥੀ, ਕੱਲ ਨੂੰ ਜ਼ਿਕਰ ਕਰੂੰਗਾ ਮੈਂ, ਅੱਜ ਮੈਂ ਉਹ ਟੌਪਿਕ ਛੇੜਨਾ ਨਹੀਂਗਾ, ਕਿਉਂਕਿ ਜੇ ਭੰਗਾਣੀ ਦੀ ਜੰਗ ਦਾ ਜ਼ਿਕਰ ਛਿੜ ਪਿਆ ਤੇ ਪੌਂਟਾ ਸਾਹਿਬ ਦਾ ਛਿੜਨਾ ਹੀ ਛਿੜਨਾ ਵਾ ਨਾਲ, ਕਿਉਂਕਿ ਪੌਂਟਾ ਸਾਹਿਬ ਤੋਂ ਮਹਾਰਾਜ ਗਏ ਨਾ ਜੰਗ ਕਰਨ ਵਾਸਤੇ।
गुरु कलगीधर पातशाह के जीवन का पहला जंग सी, भंगाणी का जंग। पर मैं वर्णन कल नूं करनी है बात। किन्ने साल की उम्र च लड़िया हो जंग? आखो सतनाम श्री। तुसीं कदी सोचो इन्हां गल्लां नूं। एक बरीकी की गल मैं भावें विस्तार सहित कल नूं बात पावांगे आपां, पर गल कर जानी मैं। 22 धार दे पहाड़ी राजे किन्नियां फौजां होणगियां उन्हां कोल? 22 राजियां कोल किन्नियां फौजां होणगियां? एक दो राजे सतगुरु पातशाह दे हक विच भी सन भावें, पर मजबूरी वस वो भी उन्हां नूं बाकी राजियां नाल खलोना पैंदा सी, क्योंकि सारे इकट्ठे सी। 22 राजे होण 22, उन्हां दियां भी फौजां सारियां। ते दिल्ली दे तखत का मालिक है जिहड़ा औरंगजेब, भावें इस जंग विच उथों दिल्लीओं फौजां नहीं आईयां, पर वो भी विरोधी गुरु तेग बहादुर साहब के समय तो औरंगजेब। भावें बाबे के ते बाबर कियां दी गल बाबे नानक तो ही शुरू हो गई सी। बाबे कियां दी ते बाबर कियां दी जिहड़ी टक्कर सी, ये गुरु नानक देव साहब तो शुरू हो गई सी, ते अजे तक जारी जे। चेते रखना है, ये चेता ना भुल जाए। आ दरवाजा बंद कर। आखो सतनाम श्री वाहिगुरू। एकाग्र चित टका, क्योंकि कथा जिहड़ी है ये टका दा विशा व्याख्या जिहड़ी है। साध संगत, कलगीधर पिता धन श्री गुरु गोबिंद सिंह साहब महाराज गुरता गद्दी ते विराजमान। पिता शहीद हो गए, वो पिछे आप इतिहास वर्णन कर लिया। पिता दी शहादत तो बाद आनंदपुर साहब की धरती ते कमाल की गल है भी 9 साल की उम्र च गुरता गद्दी ते बहिंदे आ कलगीधर पातशाह गुरु गोबिंद सिंह साहब, जिन्हों का नाम उस वेले गोबिंद राय सी। रणजीत नगारा 3 सालों के अंदर अंदर साध संगत सारे दियां सारियां जंगी फौजां तैयार करनियां, घोड़ सवारी, शस्त्रधारी होना, आनंदगढ़ के किले की नींह रख के किला उसार देना। ते कमाल की गल दसां गुरु सवारियो, कलगीधर पिता धन श्री गुरु गोबिंद सिंह साहब ने अपने सिखां नूं, अजे खालसा नहीं गा साजिया, अपने सिखां नूं वड्डे तो वड्डे जंग वास्ते ऐ सुरत बिरती करके तन करके ते मानसिक तौर पर तैयार कर देना कि भावें लखां फौजां चढ़ाइयां करके आ जाण आनंदपुर की धरती ते आपां जूझांगे जिंद तली ते रख के। पता किन्ने साल की उम्र तक? 12 साल की उम्र तक। आखो सतनाम श्री। बाजां वाला दादा 12 सालों का बहुत दशमेश पिता। जदों रणजीत नगारा आनंदपुर साहब की धरती ते खड़कन लग पिया ना जी, सन 1675 च गुरता गद्दी मिलती है कलगीधर। 1675 च गुरु तेग बहादुर साहब शहीद होंगे हैं। कलगीधर पातशाह का आगमन किन्नी सन का? सन 1666। 9 सालों के ना फिर 1675 च पिता शहीद हो गए, गुरता गद्दी ते विराजमान। और कमाल की गल, आनंदगढ़ किले की नींह रखनी रणजीत नगारा। कमाल होगी। 1678 की गल है जी, 1678 दी बातां। 12 साल के कलगीधर पातशाह गुरु गोबिंद सिंह साहब एडा निडर। मैं परसों एक गल की सी शाम की कथा च, परसों चौथे की गल है भी जेड़ा गुरु आ वो धुरों थापिया गया, वो धुरों बख्शिश लैके आया, वो धुरों कृपा लैके आया, वो धुरों परमात्मा वालों स्थापित होया वा। गुरु जेड़ा किसी दे बनाया नहीं गा बनता भी कोई चौंकड़ा मार के बह जाए तख्त ला के तो आखे मैं गुरु हाँ। अज बथेरे पंजाब दे विच इंडिया च बड़े गद्दियां ला के बैठे अपने आप को सतगुरु अखवाउण वाले। कलगीधर पातशाह दा बाणा पा के ते पखंड करने वाले भी बेअंत उत्थे बैठे इदां दे। पर मैं कल भी बेनती की सी दिन दे दीवान च, कलगियां वाला दाता दशमेश पिता इको ही मां सत्कारयोग माता गुजरी जिन्हें अपनी कुख तो दशमेश नूं पैदा किया। ना दूसरी मां गुजरी पैदा होए ते ना दूसरा बाजां वाला इस धरती ते जन्म लवे। इको ही मां जिन्हें अपनी कुख तो दशमेश पिता नूं पैदा किया। पर जिहड़ी मैं बेनती कर रहा हूं, आनंदपुर साहब की धरती ते वो रणजीत नगारा खड़कना। जदों महाराज आनंदपुर साहब तो बाहर किते जांदे सी तां भी खड़कना, जदों शिकार आप वापस आना तां भी खड़कना, शिकार खेडण वास्ते जाना तां भी रणजीत नगारा खड़कना, अमृत वेले दीवान की शुरुआत होनी तो उदों भी खड़कना।
ਤੁਸੀਂ ਹੈਰਾਨ ਹੋਵੋਗੇ ਵੀ ਅੰਮ੍ਰਿਤ ਵੇਲੇ ਜਦੋਂ ਨਗਾਰਾ ਵੱਜਣਾ, ਹੁਣ ਸਵੇਰੇ ਅੰਮ੍ਰਿਤ ਵੇਲੇ 3-4 ਵਜੇ ਨਗਾਰਾ ਵੱਜੇ ਉੱਚੀ ਜਗ੍ਹਾ ਤੇ, ਉਹ ਪਹਾੜਾਂ ਦੀਆਂ ਚੋਟੀਆਂ ਤੇ, ਕਿੱਥੋਂ ਕਿੱਥੋਂ ਤੱਕ ਆਵਾਜ਼ ਜਾਂਦੀ। ਜਿਹੜੇ ਪਹਾੜੀ ਰਾਜੇ ਸੀ ਨਾ ਜੀ, ਦਿਲ ਹਿੱਲਣ ਲੱਗ ਪਏ ਸੀ ਉਹਨਾਂ ਦੇ, ਦਹਿਲਾ ਜਾਂਦੇ ਸੀ ਉਹ ਬੰਦੇ ਵੀ ਇਹ ਬਾਲਕ ਗੁਰੂ, ਐਦਾਂ ਲਿਖਿਆ ਜੀ ਇਤਿਹਾਸ 'ਚ ਵੀ ਇਹ ਬਾਲਕ ਗੁਰੂ, ਇਹ ਲੱਗਦਾ ਆਪਣੇ ਦਾਦੇ ਦੇ ਨਕਸ਼ੇ ਕਦਮ ਤੇ ਚੱਲੂਗਾ। ਇਹ ਦਾਦੇ ਵਰਗਾ ਵਾ, ਦਾਦੇ ਵਰਗਾ ਹੈ। ਕੌਣ ਦਾਦਾ? ਗੁਰੂ ਗੋਬਿੰਦ ਸਿੰਘ ਸਾਹਿਬ ਦਾ, 6ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਬੜੇ ਬੜੇ ਹਾਕਮ ਤਹਿਲ ਜਾਂਦੇ ਸੀ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਸਾਹਮਣੇ। ਕਮਾਲ ਦੀ ਗੱਲ ਦੱਸਾਂ, ਦਾਦੇ ਪੋਤੇ ਦੀ ਗੱਲ ਛਿੜੀ ਹੈ। 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ 4 ਜੰਗਾਂ ਲੜੀਆਂ ਆਪਣੇ ਜੀਵਨ 'ਚ, 6ਵੇਂ ਪਾਤਸ਼ਾਹ ਨੇ। ਪਰ ਕਮਾਲ ਦੀ ਬਾਤ ਜੇ, 4 ਜੰਗਾਂ ਵਿੱਚ ਹੀ ਜਿਹੜੀਆਂ ਸਾਹਮਣੇ ਉਹ ਦੁਸ਼ਮਣ ਦੀਆਂ ਫੌਜਾਂ ਚੜ੍ਹ ਕੇ ਆਉਂਦੀਆਂ ਰਹੀਆਂ, ਉਹਨਾਂ ਸਾਰੀਆਂ ਫੌਜਾਂ ਦੇ, ਜਦੋਂ ਜਦੋਂ ਵੀ ਸਮੇਂ-ਸਮੇਂ ਤੇ ਜੰਗ ਹੋਈ ਆ, ਉਹਨਾਂ ਸਾਰੀਆਂ ਫੌਜਾਂ ਦੇ ਫੌਜਦਾਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਹੱਥੋਂ ਮਰਦੇ ਰਹੇ। 6ਵੇਂ ਪਾਤਸ਼ਾਹ ਦੇ ਹੱਥੋਂ ਮਰਦੇ ਰਹੇ ਆ। ਜਿੰਨੇ ਵੀ ਜੰਗ ਹੋਏ, ਚਾਰੇ ਦੇ ਚਾਰੇ ਜੰਗਾਂ 'ਚ ਜਿਹੜਾ ਵੀ ਚੜ੍ਹਾਈ ਕਰਕੇ ਆਇਆ, ਗੁਰੂ ਹਰਗੋਬਿੰਦ ਸਾਹਿਬ ਦੀ ਸ਼ਮਸ਼ੀਰ ਨਾਲ। ਔਰ ਕਮਾਲ ਦੀ ਗੱਲ ਇਹ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਦੀ ਤੇਗ ਨਾਲ ਹੀ ਮਰਦਾ ਰਿਹਾ ਉਹ, ਸ਼ਮਸ਼ੀਰ ਨਾਲ ਹੀ ਮਰਦਾ ਰਿਹਾ ਉਹ ਬੰਦਾ ਜਿਹੜਾ ਉਹਨਾਂ ਦਾ ਫੌਜਦਾਰ ਸੀ। 4 ਜੰਗਾਂ 'ਚ ਸਤਿਗੁਰੂ ਪਾਤਸ਼ਾਹ ਨੂੰ ਲਲਕਾਰਦੇ ਸੀ। ਸਤਿਗੁਰੂ ਨੇ ਨਹੀਂ ਕਿਹਾ ਮੇਰੇ ਸਾਹਮਣੇ ਆ ਮੈਂ ਤੈਨੂੰ ਮਾਰਾਂ, ਨਾ, ਉਹ ਆਣ ਕੇ ਕਹਿੰਦੇ ਸਾਡੇ ਨਾਲ ਟਾਕਰਾ ਕਰ ਆ ਕੇ। ਸਤਿਗੁਰੂ ਕਹਿੰਦੇ ਠੀਕ ਹੈ, ਤੇਰਾ ਸਮਾਂ ਆ ਗਿਆ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਹਾੜੀ ਰਾਜੇ ਕਹਿੰਦੇ ਆਪਣੇ ਦਾਦੇ ਵਰਗਾ ਵਾ, ਲੱਗਦਾ ਆਪਣੇ ਦਾਦੇ ਦੇ ਨਕਸ਼ੇ ਕਦਮ ਤੇ ਚੱਲੇਗਾ। ਕਾਰਨ ਕੀ ਸੀ? ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਸ਼ਹਾਦਤ ਹੋਈ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਸ਼ਮਸ਼ੀਰ ਚੁੱਕ ਲਈ। ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਸ਼ਹਾਦਤ ਹੋਈ ਤੇ ਕਲਗੀਧਰ ਪਾਤਸ਼ਾਹ ਨੇ, ਉਹਨਾਂ ਦੇ ਬੇਟੇ ਨੇ ਸ਼ਮਸ਼ੀਰ ਚੁੱਕ ਲਈ। ਸ਼ਹੀਦ ਹੋਣ ਵਾਲੇ ਵੀ ਦੋਵੇਂ ਦਾਦਾ ਪੋਤਾ ਵਾ, 5ਵਾਂ ਪਾਤਸ਼ਾਹ ਤੇ 9ਵਾਂ ਪਾਤਸ਼ਾਹ। ਸ਼ਮਸ਼ੀਰ ਚੁੱਕਣ ਵਾਲੇ ਵੀ ਦੋਵੇਂ ਦਾਦਾ ਪੋਤਾ, 6ਵੇਂ ਪਾਤਸ਼ਾਹ ਤੇ 10ਵੇਂ ਪਾਤਸ਼ਾਹ। ਇਸ ਲਈ ਕਲਗੀਧਰ ਪਾਤਸ਼ਾਹ ਨੇ ਇਹ ਆਖਿਆ ਸੀ ਆਪਣੇ ਪ੍ਰਚਾਰ ਦੇ ਵਿੱਚ ਆਨੰਦਪੁਰ ਸਾਹਿਬ ਦੀ ਧਰਤੀ ਤੇ, ਜੇ ਜ਼ੁਲਮ ਕਰਨਾ ਪਾਪ ਆ ਤੇ ਜ਼ੁਲਮ ਸਹਿਣਾ ਵੀ ਗੁਨਾਹ ਤੇ ਪਾਪ ਆ। ਨਾ ਅਸੀਂ ਕਿਸੇ ਤੇ ਜ਼ੁਲਮ ਕਰਦੇ ਆ ਤੇ ਨਾ ਅਸੀਂ ਕਿਸੇ ਦਾ ਜ਼ੁਲਮ ਸਹਿਨੇ ਆ। ਜੇ ਜ਼ੁਲਮ ਕਰਨਾ ਗੁਨਾਹ ਤੇ ਪਾਪ ਆ, ਚੁੱਪ ਕਰਕੇ ਜ਼ੁਲਮ ਸਹੀ ਜਾਣਾ ਕਾਇਰਤਾ, ਬੁਜ਼ਦਿਲੀ, ਡਰਾਕਲਤਾ। ਅਸੀਂ ਡਰਾਕਲ ਨਹੀਂ, ਅਸੀਂ ਕਾਇਰ ਨਹੀਂ, ਅਸੀਂ ਬੁਜ਼ਦਿਲ ਨਹੀਂ। ਇਹ ਗੁਰੂ ਨਾਨਕ ਦਾ ਦਰ ਘਰ ਆ ਜਿਹੜਾ ਸਿਰ ਧਰ ਤਲੀ ਗਲੀ ਮੇਰੀ ਆਓ ਦੀ ਬਾਤ ਪਾਉਂਦਾ ਹੈ। ਇਹ ਗੁਰੂ ਨਾਨਕ ਦਾ ਘਰ ਆ ਜਿਹੜੇ ਗੁਰੂ ਨੇ ਆਖਿਆ ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਜੇ ਤੇਰੀ ਇੱਜ਼ਤ ਹੀ ਕਾਇਮ ਨਹੀਂ, ਜੇ ਤੇਰੀ ਪਤ ਹੀ ਕਾਇਮ ਨਹੀਂ, ਜੋ ਕੁਝ ਖਾਣਾ ਪੀਣਾ ਤੇ ਪਹਿਨਦਾ ਆ ਸਾਰੇ ਦਾ ਸਾਰਾ ਕੁਝ ਹਰਾਮ ਆ ਜੇ ਤੇਰੀ ਪਤ ਕਾਇਮ ਨਹੀਂ। ਇਹਦਾ ਮਤਲਬ ਗੁਰੂ ਨੇ ਇੱਜ਼ਤ ਨਾਲ ਜੀਣ ਦੀ ਜਾਚ ਦੱਸੀ ਹੈ ਨਾ। ਔਰ ਇਹ ਜਿਹੜੇ ਬਚਨੇ ਕਲਗੀਧਰ ਪਾਤਸ਼ਾਹ ਦੇ ਨਹੀਂ ਗਏ, ਇਹ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ, ਗੁਰੂ ਅੰਗਦ ਦੇਵ ਸਾਹਿਬ ਦੇ ਸ਼ਲੋਕ ਵਾ ਗੁਰੂ ਗ੍ਰੰਥ ਸਾਹਿਬ 'ਚ। ਜੇ ਜੀਵੇ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਛ ਖਾਏ। ਸਤਿਗੁਰੂ ਪਾਤਸ਼ਾਹ ਨੇ ਅਣਖ ਨਾਲ ਚੜ੍ਹਦੀ ਕਲਾ ਨਾਲ ਜੀਣ ਦੀ ਜਾਚ ਦੱਸੀ ਹੈ। ਐਦਾਂ ਚੜ੍ਹਦੀ ਕਲਾ ਨਾਲ ਜੀਣਾ, ਐਦਾਂ ਆਪਣੀ ਪਤ ਜਿਹੜੀ ਇੱਜ਼ਤ ਜਿਹੜੀ ਆ ਉਹ ਕਾਇਮ ਰੱਖ ਕੇ ਸੰਸਾਰ ਵਿੱਚ ਜ਼ਿੰਦਗੀ ਜੀਣੀ ਹੈ। ਕਲਗੀਧਰ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਤੇ ਰਣਜੀਤ ਨਗਾਰਾ ਵੱਜਦਾ, ਕਿਲਿਆਂ ਦੀ ਆਰੰਭਤਾ ਹੋ ਗਈ। ਹੁਣ ਕਿਲੇ ਬਣਨ ਲੱਗ ਪਏ। ਉਹਨਾਂ ਨੂੰ ਪਤਾ ਲੱਗ ਗਿਆ ਪਹਾੜੀ ਰਾਜਿਆਂ ਨੂੰ ਵੀ ਇਹਨੇ ਆਪਣੀਆਂ ਜੰਗੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ, ਇਹ ਜੰਗ ਹੋਣਗੇ। ਇੱਕ ਐਸਾ ਸਮਾਂ ਆਇਆ, ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਜਿਆ ਦਰਬਾਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਭੀਮ ਚੰਦ ਨੇ ਇੱਕ ਵਾਰੀ ਵੇਖਿਆ। ਸਤਿਗੁਰ ਦੇ ਦਰਬਾਰ 'ਚ ਪ੍ਰਸ਼ਾਦੀ ਹਾਥੀ ਵੱਜਾ, ਬੜਾ ਕੀਮਤੀ ਹਾਥੀ। ਇਹ ਅਸਾਮ ਦੇ ਰਾਜੇ ਰਤਨ ਰਾਏ ਨੇ ਮਹਾਰਾਜ ਨੂੰ ਭੇਟਾ ਕੀਤਾ ਸੀ। ਇਹ ਉਹੀ ਰਤਨ ਰਾਏ ਸੀ ਜਿਹੜਾ ਰਾਜਾ ਰਾਮ ਸਿੰਘ ਦਾ ਪੁੱਤਰ ਸੀ। ਤੇ ਰਾਜਾ ਰਾਮ ਸਿੰਘ ਕਿਹਦਾ ਪੁੱਤਰ ਸੀ? ਪਿੱਛੇ ਦੱਸਿਆ ਸੀ ਮੈਂ ਇੱਕ ਦਿਨ। ਆਖੋ ਸਤਿਨਾਮ ਸ਼੍ਰੀ।
ਜਿਹੜੇ ਦੋ ਰਾਜਿਆਂ ਦੀ ਜੰਗ ਹੋਈ ਸੀ ਨਾ ਅਸਾਮ, ਰਾਜਾ ਬਿਸ਼ਨ ਸਿੰਘ ਤੇ ਰਾਜਾ ਰਾਮ ਸਿੰਘ, ਜਿੱਥੇ ਧੋਬੜੀ ਸਾਹਿਬ ਗੁਰਦੁਆਰਾ ਹੈ, ਉੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ ਇਹਨਾਂ ਦੋਵਾਂ ਰਾਜਿਆਂ ਦੀ ਸੁਲ੍ਹਾ ਕਰਾਈ ਸੀ। ਇਹਨਾਂ ਦੋਵਾਂ ਰਾਜਿਆਂ ਦੀ ਸਹਿਮਤੀ ਕਰਾਈ ਸੀ ਨੌਵੇਂ ਪਾਤਸ਼ਾਹ, ਉੱਥੇ ਧੋਬੜੀ ਸਾਹਿਬ ਅਸਾਮ 'ਚ। ਇਹ ਰਾਜਾ ਰਾਮ ਸਿੰਘ, ਉਹਦਾ ਪੁੱਤਰ ਵਾ ਇਹ ਰਾਜਾ ਰਤਨ ਰਾਏ ਅਸਾਮ ਦਾ। ਰਾਮ ਸਿੰਘ ਦਾ ਬਾਪ ਸੀ ਮਿਰਜ਼ਾ ਰਾਜਾ ਜੈ ਸਿੰਘ, ਜਿਨੇ 8ਵੇਂ ਪਾਤਸ਼ਾਹ ਨੂੰ ਬੰਗਲਾ ਦਿੱਤਾ ਸੀ ਆਪਣਾ, ਜਿੱਥੇ ਅੱਜ ਬੰਗਲਾ ਸਾਹਿਬ ਗੁਰਦੁਆਰਾ। ਇਹ ਰਾਜਾ ਜੈ ਸਿੰਘ ਦਾ ਪੁੱਤਰ ਸੀ ਰਾਜਾ ਰਾਮ ਸਿੰਘ। ਰਾਜੇ ਰਾਮ ਸਿੰਘ ਦਾ ਅੱਗੇ ਪੁੱਤਰ ਆ ਰਾਜਾ ਰਤਨ ਰਾਏ, ਜਿਨੇ ਕਲਗੀਧਰ ਪਾਤਸ਼ਾਹ ਨੂੰ ਪ੍ਰਸ਼ਾਦੀ ਹਾਥੀ ਭੇਟਾ ਕੀਤਾ ਸੀ। ਇੱਕ ਪੰਚ ਕਲਾ ਸ਼ਸਤਰ ਉਹਨੇ ਭੇਟਾ ਕੀਤਾ ਸੀ ਰਾਜਾ ਰਤਨ ਰਾਏ ਨੇ। ਔਰ ਕਮਾਲ ਦੀ ਗੱਲ ਤੁਹਾਨੂੰ ਦੱਸਾਂ, ਜਦੋਂ ਰਾਜਾ ਰਤਨ ਰਾਏ ਆਪਣੀ ਮਾਂ ਨਾਲ ਇੱਥੇ ਆਇਆ ਨਾ ਅਨੰਦਪੁਰ ਸਾਹਿਬ, ਇਹਦੀ ਮਾਂ ਨੇ ਇਹਨੂੰ ਦੱਸਿਆ ਸੀ ਵੀ ਪੁੱਤ ਤੇਰਾ ਵਰ ਜਿਹੜਾ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਕੋਲੋਂ ਮਿਲਿਆ। ਇਹ ਰਾਜਾ ਰਾਮ ਸਿੰਘ ਦੇ ਘਰ ਔਲਾਦ ਨਹੀਂ ਹੈਗੀ ਕੋਈ। ਰਾਜਾ ਰਾਮ ਸਿੰਘ ਨੇ ਉੱਥੇ ਹੀ ਕਿਹਾ ਸੀ ਅਸਾਮ ਧੋਬੜੀ ਸਾਹਿਬ ਹੀ ਕਿ ਮਹਾਰਾਜ ਕਿਰਪਾ ਕਰੋ, ਵੱਡਿਆਂ ਵਡੇਰਿਆਂ ਤੋਂ ਤੁਹਾਡੇ ਚਰਨਾਂ ਨਾਲ ਜੁੜੇ ਆਉਨੇ। ਗੁਰੂ ਹਰਕ੍ਰਿਸ਼ਨ ਸਾਹਿਬ ਦਾ ਸੇਵਕ ਸੀ ਮੇਰਾ ਬਾਪ ਰਾਜਾ ਜੈ ਸਿੰਘ, ਤੇ ਮਹਾਰਾਜ ਅੱਗੇ ਔਲਾਦ ਕੋਈ ਨਹੀਂ ਜੀ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਝੁਕਿਆ ਹੈ। ਜਦੋਂ ਮਹਾਰਾਜ ਦੇ ਚਰਨਾਂ ਤੇ ਝੁਕਿਆ ਤੇ ਕੁਦਰਤੀ ਰੱਬ ਦਾ ਭਾਣਾ ਪਤਾ ਕੀ ਵਰਤਿਆ, ਅਗਲੇ ਪਾਸੇ ਰੱਖੀਆਂ ਇਹਨੇ ਸੋਨੇ ਦੀਆਂ ਕੁਝ ਮੋਹਰਾਂ, ਤੇ ਮਹਾਰਾਜ ਅੱਗੇ ਹੋਰ ਵੀ ਸੰਗਤਾਂ ਨੇ ਭਟਾਵਾਂ ਰੱਖੀਆਂ ਸੀ। ਉਹ ਜਦੋਂ ਇਹਨੇ ਰਾਜਾ ਰਾਮ ਸਿੰਘ ਨੇ ਮੱਥਾ ਟੇਕਿਆ ਤੇ ਚੁੱਕੇ ਨਾ ਮੱਥਾ ਧਰਤੀ ਤੋਂ, ਮੱਥਾ ਨਾ ਚੁੱਕੇ ਰਾਜਾ ਰਾਮ ਸਿੰਘ ਵੀ ਮਹਾਰਾਜ ਥਾਪੜਾ ਦੇ ਗੁਰੂ ਤੇਗ ਬਹਾਦਰ ਪਿੱਠ ਤੇ ਕਿ ਮੇਰੀ ਅੰਸ ਬੰਸ ਅੱਗੇ ਚੱਲਦੀ ਰਹੂਗੀ। ਰਾਜੇ ਮਹਾਰਾਜੇ ਨੂੰ ਹੁੰਦਾ ਸੀਗਾ ਵੀ ਰਾਜ ਭਾਗ ਸੰਭਾਲਣ ਵਾਲਾ ਕੋਈ ਹੋਵੇ, ਭਾਵਨਾ ਹੁੰਦੀ ਸੀ। ਵੇਖੋ ਆਪਾਂ ਵੀ ਦੁਨੀਆਦਾਰ ਵਾਂ, ਸਾਡੇ ਅੰਦਰ ਵੀ ਇਹ ਲਾਲਸਾ ਹੁੰਦੀ ਹੈ, ਮੰਗਦੇ ਆਪਾਂ। ਬਾਣੀ ਕਹਿੰਦੀ ਹੈ ਇਹ ਗੱਲ, ਇਹਦੇ ਤੇ ਤਰਕ ਨਾ ਕਰਿਓ, ਕਿਉਂਕਿ ਮੈਂ ਗੁਰੂ ਗ੍ਰੰਥ ਸਾਹਿਬ 'ਚ ਪੜ੍ਹਿਆ, ਜਨ ਕੋ ਪ੍ਰਭ ਸੰਗੇ ਅਸਨੇਹੋ, ਸਾਜਣੋ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕੇਹੋ, ਮਾਣ ਮੰਗੋ ਤਾਣ ਮੰਗੋ ਧਨ ਲਖਮੀ ਸੁੱਤ ਦੇ। ਸਭ ਕੁਝ ਮੰਗਿਆ, ਮੈਂ ਤੇਰੇ ਦਰ ਤੋਂ ਮੰਗਣਾ। ਰਾਜਾ ਰਾਮ ਸਿੰਘ ਨੂੰ ਮਹਾਰਾਜ ਨੇ ਥਾਪੜਾ ਦਿੱਤਾ ਤੇ ਮੋਢੇ ਤੋਂ ਫੜ ਕੇ ਬਿਠਾ ਲਿਆ। ਮਹਾਰਾਜ ਵੀ ਬੈਠੇ ਆ ਤੇ ਇਹ ਵੀ ਸਾਹਮਣੇ ਝੁਕਿਆ। ਮਹਾਰਾਜ ਨੇ ਮੋਢੇ ਤੋਂ ਫੜ ਕੇ ਪਾਸੇ ਬਿਠਾਤਾ, ਤੇ ਜਦੋਂ ਇਹਨੇ ਟੇਕਿਆ ਨਾ ਮੱਥਾ, ਤੇ ਇਹਦੇ ਮੱਥੇ ਦੇ ਥੱਲੇ ਕਿਤੇ ਆ ਗਈ ਮੋਹਰ, ਗੁਲਾਈ 'ਚ ਸੀ ਮੋਹਰ। ਉਹ ਮੋਹਰ ਦੇ ਉੱਤੇ ਹੀ ਸਿਰ ਰੱਖ ਛੱਡਿਆ ਕਿੰਨਾ ਚਿਰ ਇਹਨੇ, ਰਾਜਾ ਰਾਮ ਸਿੰਘ ਨੇ। ਮਹਾਰਾਜ ਔਲਾਦ ਬਖਸ਼ੋ, ਕੋਈ ਧੀ ਪੁੱਤ ਦਓ ਕੋਈ। ਤੇ ਮੱਥੇ ਦੇ ਵਿੱਚ ਮੋਹਰ ਦਾ ਨਿਸ਼ਾਨ ਪੈ ਗਿਆ ਇਹਦੇ ਰਾਜਾ ਰਾਮ ਸਿੰਘ ਦੇ ਮੱਥਾ ਟੇਕਣ ਨਾਲ ਹੀ। ਗੁਰੂ ਤੇਗ ਬਹਾਦਰ ਸਾਹਿਬ ਨੇ ਆਖਿਆ, ਜਾ ਰਾਜਾ ਰਾਮ ਸਿੰਘ, ਗੁਰੂ ਨਾਨਕ ਦੀ ਰਹਿਮਤ ਹੈ ਤੇਰੇ ਘਰ, ਜਿਹੜਾ ਤੇਰੇ ਘਰ ਪੁੱਤ ਜੰਮੂਗਾ ਉਹਦੇ ਮੱਥੇ ਤੇ ਇਹ ਮੋਹਰ ਦਾ ਨਿਸ਼ਾਨ ਹੋਊਗਾ। ਪਤਾ ਹੋਊਗਾ ਤੈਨੂੰ ਵੀ ਗੁਰੂ ਨਾਨਕ ਦੇ ਘਰੋਂ ਆਇਆ ਵਾ, ਗੁਰੂ ਨਾਨਕ ਦੇ ਦਰੋਂ ਆਇਆ। ਇਹਦੇ ਘਰ ਫਿਰ ਸਮਾਂ ਪਾ ਕੇ ਸਤਿਗੁਰ ਤੇ ਚੱਲ ਗਏ ਉੱਥੋਂ ਅੱਗੇ। ਇਹਦੇ ਘਰ ਫਿਰ ਸਮਾਂ ਪਾ ਕੇ ਜਦੋਂ ਪੁੱਤ ਹੋਇਆ, ਇਹਨਾਂ ਨੇ ਉਹਦਾ ਨਾਂ ਰਤਨ ਰਾਏ ਰੱਖਿਆ। ਪਿਤਾ ਅਕਾਲ ਚਲਾਣਾ ਕਰ ਗਿਆ ਇਹਦਾ ਰਾਮ ਸਿੰਘ। ਇਹ ਫਿਰ ਜਦੋਂ ਥੋੜਾ ਜਿਹਾ ਵੱਡਾ ਹੋਇਆ ਨਾ ਰਤਨ ਰਾਏ, ਇਹਨੇ ਮਾਂ ਨੂੰ ਪੁੱਛਿਆ, ਕਹਿੰਦਾ ਮਾਂ ਮੇਰੇ ਸੱਟ ਵੀ ਕੋਈ ਨਹੀਂ ਲੱਗੀ, ਕਿਤੇ ਮੈਂ ਡਿੱਗਾ ਵੀ ਨਹੀਂਗਾ, ਰਾਜੇ ਦਾ ਪੋਤਿਆ ਮੈਂ, ਕੋਈ ਲੜਾਈ ਝਗੜਾ ਵੀ ਨਹੀਂ ਮੇਰਾ ਕਿਸੇ ਨਾਲ ਨਹੀਂਗਾ ਹੋਇਆ, ਮੇਰੇ ਆ ਮੱਥੇ 'ਚ ਨਿਸ਼ਾਨ ਕਾਹਦਾ ਵਾ? ਤੇ ਗੱਲ ਨਾ ਲਾ ਕੇ ਮਾਂ ਨੇ ਆਖਿਆ, ਪੁੱਤ ਸਦਕੇ ਵਧੀਆ ਕੀਤਾ, ਗੁਰੂ ਦੀ ਯਾਦ ਦਵਾਈ ਵਿੱਚ। ਹੁਣ ਤੂੰ ਰਾਜਾ ਵਾਂ, ਤੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਖਸ਼ਿਸ਼ ਨਾਲ ਹੋਇਆ। ਇਹ ਗੱਲ ਮਾਂ ਨੇ ਸੁਣਾਈ, ਫਿਰ ਮਾਂ ਨੇ ਦੱਸੀ ਉਹਨੂੰ ਰਤਨ ਰਾਏ, ਤੇ ਕਹਿੰਦੀ ਪੁੱਤ ਆਪਾਂ ਹੁਣ ਅਨੰਦਪੁਰ ਸਾਹਿਬ ਦੀ ਧਰਤੀ ਤੇ ਦਰਸ਼ਨ ਕਰਨ ਜਾਣਾ। ਇਹ ਫਿਰ ਅਸਾਮ ਤੋਂ ਆਏ ਆ ਜੀ, ਇਹ ਅਸਾਮ ਤੋਂ ਤੁਰੇ ਆਏ, ਕਿਉਂਕਿ ਰਾਜਾ ਸੀਗਾ, ਉਹਦੇ ਨਾਲ ਹੋਰ ਫੌਜਾਂ ਸਿਪਾਹੀ ਐਲਕਾਰ ਆਉਣੇ ਸੀ, ਕੁਦਰਤੀ ਬਾਤ ਸੀ। ਮਾਂ ਲੈ ਕੇ ਆਈ ਨਾਲ। ਆ ਮੇਰੀ ਉਹ ਭੈਣੋ ਬੱਚੀਓ, ਧੀਆਂ ਬੈਠੀਆਂ ਜੇ ਬਾਜਾਂ ਵਾਲੇ ਦੀਆਂ, ਤੁਸੀਂ ਔਲਾਦ ਨੂੰ, ਆਪਣੇ ਪੁੱਤਾਂ ਨੂੰ, ਧੀਆਂ ਨੂੰ ਸਤਿਗੁਰ ਦੀਆਂ ਬਾਤਾਂ ਜ਼ਰੂਰ ਸੁਣਾਇਆ ਕਰੋ। ਇਹ ਕਹਿਣ 'ਚ ਮੈਨੂੰ ਕੋਈ ਝਿਜਕ ਨਹੀਂ ਗਈ ਵੀ ਰਾਜਾ ਰਤਨ ਰਾਏ ਦੇ ਕਲਗੀਧਰ ਪਾਤਸ਼ਾਹ ਦਾ ਸ਼ਰਧਾਲੂ ਤੇ ਪ੍ਰੇਮੀ ਬਣਿਆ ਮਾਂ ਦੀ ਬਦੌਲਤ। ਉਸ ਮਾਂ ਨੇ ਸਿੱਖਿਆ ਦਿੱਤੀ ਹੈ ਨਾਲ। ਭਾਵੇਂ ਬੜਾ ਲੰਮਾ ਇਤਿਹਾਸ ਹੈ ਉਹਦਾ, ਪਰ ਮੈਂ ਉਹਦਾ ਇਤਿਹਾਸ ਨਹੀਂ ਬਹੁਤਾ ਤੁਹਾਨੂੰ ਸੁਣਾਉਣਾ ਚਾਹੁੰਦਾ। ਕੇਵਲ ਮੈਂ ਉਹਦੇ ਪ੍ਰਸ਼ਾਦੀ ਹਾਥੀ ਤੇ ਉਹਦੀ ਸ਼ਰਧਾ ਦੀ ਗੱਲ ਕਰ ਰਹੀ ਸੀ। ਰਤਨ ਰਾਏ ਦੀ ਮਾਂ ਲੈ ਕੇ ਆਈ ਉਹਨੂੰ। ਕਿੰਨਾ ਚਿਰ ਰਹੇ ਅਨੰਦਪੁਰ ਸਾਹਿਬ,
ਵਾਪਸ ਨਹੀਂ ਜਾਂਦੇ ਜੀ। ਰਾਜਾ ਵਾ ਰਾਜਾ, ਰਾਜ ਕਰਦਾ ਜਿਹੜਾ, ਇਹ ਵੀ ਰਾਜੇ ਪਹਾੜੀ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਲਹੂ ਦੇ ਧਿਆਏ, ਜਿਨ੍ਹਾਂ ਦੇ ਵੱਡਿਆਂ ਵਡੇਰਿਆਂ ਨੂੰ 6ਵੇਂ ਪਾਤਸ਼ਾਹ ਨੇ ਗਵਾਲੀਅਰ ਦੇ ਕਿਲੇ ਚੋਂ ਰਿਹਾ ਕਰਾਇਆ ਸੀ। ਇਹ ਸਾਰੇ ਦੇ ਸਾਰੇ 22 ਧਾਰ ਦੇ ਹਿੰਦੂ ਰਾਜੇ ਗੁਰੂ ਕਲਗੀਧਰ ਪਾਤਸ਼ਾਹ ਦੇ ਦੁਸ਼ਮਣ ਬਣ ਗਏ ਸੀ, ਅਕਿਰਤ ਘਾਣ ਹੋ ਗਏ ਸੀ, ਭੁੱਲ ਗਏ ਪਰਉਪਕਾਰ ਵੀ ਸਾਡੇ ਵੱਡੇ ਵਡੇਰੇ ਮਰ ਜਾਣੇ ਸੀ ਉੱਥੇ ਗਵਾਲੀਅਰ ਦੇ ਕਿਲੇ 'ਚ ਸਾਰੇ। ਰਾਜਾ ਰਤਨ ਰਾਏ ਮਾਂ ਸਮੇਤ, ਅਹਿਲਕਾਰਾਂ ਸਮੇਤ ਲੰਗਰ ਵਿੱਚ ਕਦੇ ਸੰਗਤਾਂ ਦੇ ਭਾਂਡੇ ਮਾਂਜਦੇ ਸੀ। ਰਾਜਾ ਰਤਨ ਰਾਏ ਦੀ ਮਾਂ ਸਾਧ ਸੰਗਤ ਲੰਗਰ ਦੇ ਵਿੱਚ ਪ੍ਰਸ਼ਾਦੇ ਪਕਾਉਣੇ ਅਤੇ ਪੁੱਤ ਨੂੰ ਕਹਿਣਾ, ਰਤਨ ਰਾਏ ਪੁੱਤ, ਜਿਹਦੀ ਬਦੌਲਤ ਤੈਨੂੰ ਇਸ ਧਰਤੀ ਤੇ ਜਨਮ ਮਿਲਿਆ, 84 ਲੱਖ ਜੂਨਾਂ ਚੋਂ ਕੱਢਿਆ ਮਾਲਕ ਨੇ ਤੈਨੂੰ, ਰਾਜ ਭਾਗ ਤੁਹਾਡਾ ਕਾਇਮ ਆ ਪੁੱਤ, ਦਸ਼ਮੇਸ਼ ਪਿਤਾ ਦੇ ਲੰਗਰਾਂ 'ਚ ਭਾਂਡੇ ਮਾਂਜ ਲਾ ਤੇ ਮਨ ਦੀ ਮੈਲ ਧੋ ਲਾ ਇੱਥੇ ਆਣ ਕੇ। 3 ਮਹੀਨੇ ਰਹੇ ਅਨੰਦਪੁਰ ਸਾਹਿਬ ਆ ਕੇ, 3 ਮਹੀਨੇ। ਜਦੋਂ ਸਤਿਗੁਰ ਦੇ ਚਰਨਾਂ 'ਚ ਆਗਿਆ ਲੈਣ ਆਉਂਦੇ ਸੀ ਨਾ ਵੀ ਮਹਾਰਾਜ ਸੱਚੇ ਪਾਤਸ਼ਾਹ ਕੀ ਹੁਕਮ ਆ, ਵਾਪਸ ਜਾਈਏ, ਤੇ ਸਤਿਗੁਰ ਕਹਿੰਦੇ ਰਤਨ ਰਾਏ ਦਿਲ ਕਰਦਾ ਜਾਣ ਨੂੰ, ਜੀ ਕਰਦਾ ਜਾਣ ਵਾਸਤੇ? ਕਹਿੰਦਾ ਮਹਾਰਾਜ ਨਹੀਂ। ਕਹਿੰਦੇ ਅੰਦਰ ਦੀ ਗੱਲ ਦੱਸ, ਦਿਲ ਦੀ ਗੱਲ ਦੱਸ, ਗੁਰੂ ਚਰਨਾਂ 'ਚੋਂ ਆਨੰਦਪੁਰ ਦੀ ਧਰਤੀ ਦੇ ਆਨੰਦ ਛੱਡਣ ਨੂੰ ਜੀ ਕਰਦਾ? ਕਹਿੰਦਾ ਮਹਾਰਾਜ ਜਾਣ ਨੂੰ ਨਹੀਂ ਦਿਲ ਕਰਦਾ। ਸਤਿਗੁਰ ਕਹਿੰਦੇ ਰੁਕ ਜਾਓ। ਅਹਿਲਕਾਰਾਂ ਨੇ, ਫੌਜਦਾਰਾਂ ਨੇ, ਉਹਨਾਂ ਨੇ ਕਹਿਣਾ ਉੱਥੇ ਰਾਜ ਭਾਗ, ਉਹ ਕਹਿੰਦੇ ਜਿਹੜਾ ਗੁਰੂ ਨੇ ਦਿੱਤਾ ਨਾ ਸਾਰਾ ਕੁਝ ਆਪੇ ਚਲਾਊਗਾ। ਉਸ ਵੇਲੇ ਤੇ ਕਬਜ਼ਾ ਕਰਨ ਵਾਲੇ ਬਥੇਰੇ ਸੀ, ਫਿਰ ਔਰੰਗਜ਼ੇਬ ਬਾਦਸ਼ਾਹ ਵਾ ਉਸ ਵਕਤ ਦਾ, ਕਿਉਂਕਿ ਇਹ ਜਿਹੜਾ ਰਾਜ ਭਾਗ ਹੁੰਦਾ ਸੀਗਾ ਇਹ ਛੋਟੇ ਰਾਜੇ ਸੀਗੇ ਰਿਆਸਤਾਂ ਦੇ, ਉਹ ਤੇ ਔਰੰਗਜ਼ੇਬ ਬਾਦਸ਼ਾਹ ਵੱਲੋਂ ਹੀ ਥਾਪੇ ਜਾਣੇ, ਪਰ ਉਹਨੂੰ ਪਤਾ ਸੀ ਵੀ ਇਹ ਗੁਰੂ ਘਰ ਦੇ ਸ਼ਰਧਾਲੂ। ਪਰ ਜਿਹੜੀ ਮੈਂ ਬੇਨਤੀ ਕਰਨੀ, ਪ੍ਰਸ਼ਾਦੀ ਹਾਥੀ ਸੁੰਡ ਤੋਂ ਲੈ ਕੇ ਉਹ ਪੂਛ ਤੱਕ ਉਹਦੇ ਉੱਤੇ ਚਿੱਟੀ ਲਕੀਰ ਸੀਗੀ ਜੀ। ਉਸ ਵੇਲੇ ਦੇ ਜਿਹੜੇ ਰਾਜੇ ਮਹਾਰਾਜੇ ਹੁੰਦੇ ਸੀ ਉਹਨਾਂ ਕੋਲੇ ਬੜੀਆਂ ਹੀ ਕੀਮਤੀ ਚੀਜ਼ਾਂ ਮੰਨੀਆਂ ਜਾਂਦੀਆਂ ਸੀ। ਉਸ ਵੇਲੇ ਰਾਜਿਆਂ ਮਹਾਰਾਜਿਆਂ ਦੀ ਸ਼ਾਨੋ ਸ਼ੌਕਤ ਹੁੰਦੇ ਸੀ। ਇੱਕ ਪੰਚ ਕਲਾ ਸ਼ਸਤਰ ਸੀ, ਉਹਦੇ ਉੱਤੇ ਇੱਕ ਛੋਟਾ ਜਿਹਾ ਬਟਨ ਲੱਗਾ ਸੀ, ਉਹਨੂੰ ਕਲਾ ਕਹਿੰਦੇ ਸੀ। ਕਲਾ, ਉਸ ਸ਼ਸਤਰ ਤੋਂ ਕਲਾ ਦੱਬਣੀ, ਪਿਸਤੌਲ ਬਣ ਜਾਣਾ ਉਹਨੇ, ਜਿਹਨੂੰ ਆਪਾਂ ਰਿਵਾਲਵਰ ਪਿਸਤੌਲ ਕਹਿੰਦੇ ਨੇ, ਪਿਸਤੌਲ ਬਣ ਜਾਣਾ। ਫਿਰ ਦੁਬਾਰਾ ਕਲਾ ਨੂੰ ਦੱਬਣਾ, ਉਹ ਬਟਨ ਨੂੰ, ਉਹਦੇ ਵਿੱਚੋਂ ਸ਼ਮਸ਼ੀਰ ਬਣ ਜਾਣੀ, ਤੇਗ ਬਣ ਜਾਣੀ, ਕਦੇ ਬਰਸ਼ੀ ਬਣ ਜਾਣੀ, ਫਿਰ ਦੱਬਣਾ। 5 ਸ਼ਸਤਰ ਕੰਮ ਕਰਦੇ ਸੀ ਉਹਦੇ 'ਚ ਇੱਕੋ 'ਚ। ਐਡਾ ਕੀਮਤੀ ਸੀ ਉਹ ਸ਼ਸਤਰ। ਪਰ ਭੀਮ ਚੰਦ ਰਾਜਾ, ਕਹਿਲੂਰ ਦਾ ਰਾਜਾ, ਇਹ ਆਨੰਦਪੁਰ ਸਾਹਿਬ ਜਿਹੜਾ ਇਹ ਉਸ ਰਿਆਸਤ 'ਚ ਆਉਂਦਾ ਸੀ, ਇੱਥੇ ਉਹਦਾ ਰਾਜ ਸੀ ਭੀਮ ਚੰਦ ਦਾ। ਉਹ ਆਇਆ ਇੱਕ ਵਾਰੀ ਤੇ ਉਹਨੇ ਕਲਗੀਧਰ ਪਾਤਸ਼ਾਹ ਦਾ ਦਰਬਾਰ ਵੇਖਿਆ। ਪ੍ਰਸ਼ਾਦੀ ਹਾਥੀ, ਸ਼ਸਤਰ, ਬਸਤਰ, ਘੋੜੇ, ਹੋਰ ਕੀਮਤੀ ਹਾਥੀ, ਬੜੀ ਕੀਮਤੀ ਚੰਦੋਆ ਕਲਗੀਧਰ ਪਾਤਸ਼ਾਹ ਦੇ ਸੀਸ ਦੇ ਉੱਪਰ ਜਿੱਥੇ ਸਤਿਗੁਰੂ ਪਾਤਸ਼ਾਹ ਬਿਰਾਜਦੇ ਸੀ, ਇਹ ਵੀ ਚਾਨਣੀ ਉਹ ਭੇਟਾ ਦੇ ਕੇ ਗਿਆ ਸੀ। ਰਾਜਾ ਰਤਨ ਰਾਏ ਲਿਆਇਆ ਸੀ ਉਹ ਚਾਨਣੀ। ਪਰ ਹੁਣ ਕਮਾਲ ਦੀ ਬਾਤ, ਸਤਿਗੁਰੂ ਪਾਤਸ਼ਾਹ ਦੇ ਦਰਬਾਰ 'ਚ ਇਹਨੇ ਵੇਖਿਆ ਵੀ ਕੀਮਤੀ ਹੀਰਿਆਂ ਜੜੀ ਚਾਨਣੀ, ਕੀਮਤੀ ਹਾਥੀ, ਸ਼ਸਤਰ, ਬਸਤਰ, ਫੌਜਾਂ, ਚੰਦਨ ਦੀ ਚੌਂਕੀ। ਬੜੀ ਤਗੜੀ ਸ਼ਰਧਾ ਰੱਖਦਾ ਸੀ ਜੀ। ਇਹਦੇ ਦਿਲ 'ਚ ਆਇਆ ਵੀ ਜਿਹੜੀ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਦੀ ਸ਼ਾਨੋ ਸ਼ੌਕਤ ਹੈ ਨਾ, ਮੇਰੇ ਦਰਬਾਰ ਦੀ ਬਣਨੀ ਚਾਹੀਦੀ ਹੈ। ਇੱਕ ਵਿਦਵਾਨ ਪਤਾ ਕੀ ਲਿਖਦਾ, ਮੈਕਾਲਫ ਨੂੰ ਕਦੇ ਪੜ੍ਹ ਕੇ ਵੇਖਿਓ, ਬੜੀ ਤਕੜੀ ਉਸ ਬੰਦੇ ਨੇ ਖੋਜ ਕੀਤੀ ਆ। ਪਰ ਸਿੱਖੋ ਇੱਕ ਤੁਹਾਡੀ ਬਾਤ ਮੈਂ ਕਰ ਜਾਣੀ ਜੋ ਲਿਖ ਕੇ ਗਿਆ। ਉਹ ਕਹਿੰਦਾ ਬੜੀ ਤਕੜੀ ਮੈਂ ਮਿਹਨਤ ਕੀਤੀ ਆ ਸਿੱਖਾਂ ਵਾਸਤੇ। ਕੋਈ ਬੰਦਾ ਇੰਗਲੈਂਡ ਤੋਂ ਜਾ ਕੇ ਤੇ ਪੰਜਾਬ ਦੀ ਧਰਤੀ ਤੇ ਗੁਰੂਆਂ ਦਾ ਇਤਿਹਾਸ ਲੱਭ ਲੱਭ ਕੇ ਉਹ ਥਾਵਾਂ ਤੇ ਇਤਿਹਾਸ ਫਰੋਲ ਕੇ ਲਿਖੇ। ਮੈਕਾਲਫ ਉਹ ਕਹਿੰਦਾ ਬੜੇ ਸਾਲਾਂ ਦੀ ਮੇਰੀ ਮਿਹਨਤ ਵਾ। ਉਹ ਕਹਿੰਦਾ ਸਿੱਖੋ, ਪਰ ਇੱਕ ਗੱਲ ਮੈਂ ਤੁਹਾਡੇ ਨਾਲ ਕਰਨੀ, ਲਿਖੀ ਉਹਨੇ 10 ਪਾਤਸ਼ਾਹੀਆਂ ਦਾ ਇਤਿਹਾਸ ਲਿਖਿਆ ਉਹਨੇ। ਉਹ ਕਹਿੰਦਾ ਇਤਿਹਾਸ ਮੈਂ ਲੱਭ ਲੱਭ ਕੇ ਲਿਖਿਆ, ਬੜੀ ਖੋਜ ਕੀਤੀ ਆ, ਪਰ ਇੱਕ ਨੰਬਰ ਤੇ ਗੱਲ ਇਹ ਵੀ ਤੁਸੀਂ ਇਤਿਹਾਸ ਬਣਾਉਣਾ ਜਾਣਦੇ ਜੇ, ਸਾਂਭਣਾ ਨਹੀਂ ਜਾਣਦੇ, ਸੰਭਾਲਣਾ ਨਹੀਂ ਜਾਣਦੇ। ਤੇ ਦੂਜੀ ਗੱਲ ਹੋਰ ਨਾਲ ਲਿਖ ਗਿਆ ਜਿਹੜੀ ਮੈਂ ਦੱਸਣੀ ਆ,
ਉਹ ਕਹਿੰਦਾ ਜਿਹੜਾ ਬੰਦਾ ਤੁਹਾਨੂੰ ਇਤਿਹਾਸ ਸੰਭਾਲਣ ਵਾਲਾ ਮਿਲ ਜੇ ਉਹਦੀ ਤੁਹਾਨੂੰ ਕਦਰ ਕਰਨੀ ਨਹੀਂ ਆਉਂਦੀ। ਕਦਰ ਨਹੀਂ ਤੁਸੀਂ ਕਰਦੇ। ਕਿੰਨਾ ਦਿਲ ਦੁਖੀ ਹੋਇਆ ਹੋਊਗਾ। ਵਾਪਸ ਆ ਗਿਆ ਸੀ, ਫਿਰ ਪੰਜਾਬ ਤੋਂ ਵਾਪਸ ਆ ਗਿਆ ਸੀ। ਇਹ ਉਹਦੀਆਂ ਆਪਣੀਆਂ ਲਿਖਤਾਂ ਮੈਂ ਦੱਸ ਰਿਹਾ ਤੁਹਾਨੂੰ। ਕੀ ਕਦਰ ਕਹਿੰਦਾ ਤੁਸੀਂ ਕਰਦੇ ਹੋ ਉਹਨਾਂ ਲੋਕਾਂ ਦੀ ਜਿਹੜੇ ਰੱਬ ਦੀ ਬਾਤ, ਇਤਿਹਾਸ ਦੀ, ਤੁਹਾਡੇ ਗੁਰੂਆਂ ਦੀ ਬਾਤ ਤੁਹਾਡੇ ਤੱਕ ਲੈ ਕੇ ਆਉਂਦੇ। ਕੀ ਸਤਿਕਾਰ ਦਿੱਤਾ ਜੇ? ਕਹਿੰਦਾ ਮੈਨੂੰ ਦੱਸੋ ਕਿੰਨਾ ਕੁ ਸੰਭਾਲਿਆ ਜੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਤੁਹਾਨੂੰ ਇਤਿਹਾਸ ਦੀ ਬਾਤ, ਤੁਹਾਡੇ ਗੁਰੂ ਦੀ ਬਾਤ ਤੁਹਾਡੇ ਤੱਕ ਪਹੁੰਚਾਈ ਹੈ। ਪਤਾ ਨਹੀਂ ਕਿੱਥੋਂ ਕਿੱਥੋਂ ਖੋਜ ਕਰਕੇ ਲਿਖਣਾ ਬੜਾ ਕਠਿਨ ਆ, ਔਰ ਦਲੀਲਾਂ ਸਹਿਤ ਲਿਖਣਾ, ਪ੍ਰਮਾਣਾਂ ਸਹਿਤ, ਉਦਾਹਰਨਾਂ ਦੇ ਦੇ ਕੇ। ਫਿਰ ਦੂਸਰੇ ਮਜ਼ਹਬ ਦਾ ਬੰਦਾ ਹੋਵੇ, ਦੂਸਰੇ ਦੇਸ਼ ਦਾ ਬੰਦਾ ਵਾ, ਤੁਹਾਡੀ ਕੌਮ ਨਾਲ ਸੰਬੰਧ ਨਹੀਂ ਗਾ ਉਹਦਾ, ਸਿੱਖ ਨਹੀਂ ਗਾ ਉਹ, ਉੱਥੋਂ ਜਾ ਕੇ ਲਿਖ ਰਿਹਾ ਹੋ। ਤੁਹਾਨੂੰ ਫਖਰ ਹੋਣਾ ਚਾਹੀਦਾ। ਉਹ ਕਹਿੰਦਾ ਤੁਹਾਨੂੰ ਫਖਰ ਹੋਣਾ ਚਾਹੀਦਾ ਕਿ ਦੂਸਰੀ ਕੌਮ ਚੋਂ ਆ ਕੇ ਸਾਡੇ ਗੁਰੂ ਦੀ ਗੱਲ ਕਰਦਾ ਵਾ। ਰਾਜੇ ਭੀਮ ਚੰਦ ਦੇ ਲੜਕੇ ਦਾ ਆਇਆ ਵਿਆਹ, ਉਹਨੇ ਇੱਕ ਚਿੱਠੀ ਲਿਖੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਕਿ ਮੇਰੇ ਲੜਕੇ ਦਾ ਵਾ ਵਿਆਹ, ਮੇਰੇ ਬੇਟੇ ਦੀ ਸ਼ਾਦੀ ਆ। ਤੇ ਕਲਗੀਧਰ ਪਾਤਸ਼ਾਹ ਨੂੰ ਉਹਨੇ ਲਿਖਿਆ ਵੀ ਤੁਹਾਡੇ ਕੋਲ ਜਿਹੜੀਆਂ ਆ ਕੀਮਤੀ ਵਸਤੂਆਂ ਵਾ, ਇਹ ਮੈਨੂੰ ਬੱਚੇ ਦੇ ਵਿਆਹ ਵਿੱਚ, ਲੜਕੇ ਦੇ ਵਿਆਹ 'ਚ ਚਾਹੀਦੀਆਂ। ਭੀਮ ਚੰਦ ਦੇ ਲੜਕੇ ਦਾ ਨਾਂ ਸੀ ਅਜਮੇਰ ਚੰਦ। ਕੀ ਕੀ ਚਾਹੀਦਾ? ਕਹਿੰਦਾ ਇੱਕ ਤਾਂ ਉਹ ਕੀਮਤੀ ਚਾਨਣੀ ਚਾਹੀਦੀ ਹੈ ਮੈਨੂੰ, ਜਿਹੜੀ ਤੁਹਾਡੇ ਸੀਸ ਦੇ ਉੱਤੇ ਵੱਜਦੀ ਹੈ, ਜਿੱਥੇ ਤੁਸੀਂ ਦਰਬਾਰ 'ਚ ਸਜਦੇ ਹੋ, ਤੁਹਾਡੇ ਉੱਪਰ ਸਜਾਈ ਹੁੰਦੀ ਹੋ, ਉਹਦੇ ਥੱਲੇ ਤੁਸੀਂ ਬੈਠਦੇ ਜੇ। ਇੱਕ ਪ੍ਰਸ਼ਾਦੀ ਹਾਥੀ ਚਾਹੀਦਾ। ਲਿਸਟ ਬਣਾ ਕੇ ਭੇਜੀ ਜੀ ਉਹਨੇ ਸਾਰੀ, ਜੋ ਜੋ ਕੀਮਤੀ ਵਸਤੂਆਂ ਸੀ। ਕਲਗੀਧਰ ਪਾਤਸ਼ਾਹ ਨੇ ਚਿੱਠੀ ਪੜ੍ਹੀ ਤੇ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਚਿੱਠੀ ਲੈ ਕੇ ਆਉਣ ਵਾਲੇ ਆ, ਉਹਨਾਂ ਨੂੰ ਹੁਣ ਜਵਾਬ ਵੀ ਤੇ ਘੱਲਣਾ ਨਾ ਮਹਾਰਾਜ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਈ ਕਿਸੇ ਬੰਦੇ ਨੇ ਕਿਤੇੋਂ ਕੋਈ ਚੀਜ਼ ਲੈਣੀ ਹੋਵੇ ਤੇ ਭੀਮ ਚੰਦ ਦੇ ਮਨ 'ਚ, ਦਿਲ ਦੇ ਵਿੱਚ ਹੁਣ ਇਹ ਆ ਵੀ ਇਹ ਜਿਹੜੀਆਂ ਚੀਜ਼ਾਂ ਇਹ ਮੈਂ ਮੰਗਵਾ ਲੈਣੀਆਂ ਵਾ ਲੜਕੇ ਦੇ ਵਿਆਹ ਦੇ ਬਹਾਨੇ ਨਾਲ, ਪਰ ਵਾਪਸ ਕਰਨੀਆਂ ਨਹੀਂ ਗੀਆਂ, ਵਾਪਸ ਨਹੀਂ ਗੀਆਂ ਦੇਣੀਆਂ ਉਹਨਾਂ ਨੂੰ। ਤੇ ਤਰੀਕਾ ਅਪਣਾਉਣਾ ਵਾ ਵੀ ਮੇਰੇ ਲੜਕੇ ਦਾ ਵਿਆਹ ਵਾ, ਤੇ ਵਾਕਿਆ ਲੜਕੇ ਦਾ ਵਿਆਹ ਹੈਗਾ ਵੀ ਸੀ ਉਹਦਾ। ਇਹ ਹੁਣ ਬਹਾਨਾ ਬਣਿਆ। ਵਾਪਸ ਕਰਨੀਆਂ ਕੋਈ ਨਹੀਂ, ਜੰਗ ਕਰਨਾ ਪਿਆ, ਲੜਾਈ ਕਰਨੀ ਪਈ ਤੇ ਕਰ ਲਾਂਗੇ। ਇਹ ਫਕੀਰ ਬੰਦੇ ਆ, ਅਸੀਂ ਰਾਜੇ ਲੋਕ ਆ, ਸਾਡਾ ਕੀ ਮੁਕਾਬਲਾ ਕਰਨਾ ਇਹਨਾਂ। ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਨੇ ਇਹਦਾ ਜਵਾਬ ਦੇਣਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਭੀਮ ਚੰਦ, ਇਹ ਜਿਹੜੀਆਂ ਵਸਤਾਂ ਨੇ, ਇਹ ਜਿਹੜੀਆਂ ਚੀਜ਼ਾਂ ਵਾ, ਇਹ ਗੁਰੂ ਨਾਨਕ ਦੇ ਦਰ ਤੇ, ਗੁਰੂ ਨਾਨਕ ਦੇ ਦਰਬਾਰ ਦੀ ਸ਼ੋਭਾ ਵਧਾਉਣ ਵਾਸਤੇ ਸੰਗਤਾਂ ਨੇ ਭੇਟਾ ਦਿੱਤੀਆਂ ਵਾ। ਇਹਨਾਂ ਵਸਤਾਂ ਨਾਲ, ਇਹਨਾਂ ਚੀਜ਼ਾਂ ਨਾਲ ਗੁਰੂ ਨਾਨਕ ਦੇ ਦਰਬਾਰ ਦੀ ਸ਼ਾਨੋ ਸ਼ੌਕਤ ਤੇ ਬਣਾਈ ਜਾ ਸਕਦੀ ਆ। ਤੇਰੇ ਵਰਗੇ ਕਿਸੇ ਝੂਠੇ ਤੇ ਬਿਨ ਸਜਾਣ ਵਾਲੇ ਰਾਜੇ ਦੇ ਦਰਬਾਰ ਦੀ ਸ਼ਾਨ ਨਹੀਂ ਇਹਨਾਂ ਨਾਲ ਬਣਾਈ ਜਾ ਸਕਦੀ। ਤੂੰ ਤਰੀਕਾ ਜਿਹੜਾ ਵਰਤਿਆ, ਕਿਸੇ ਕੋਲੋਂ ਕੋਈ ਚੀਜ਼ ਲਿਆਉਣੀ ਹੋਵੇ, ਕੋਈ ਤਰੀਕਾ ਵਾ ਵੀ ਜਾਂ ਕਿਤੇ ਚੋਰੀ ਕਰ ਲਿਆਈਏ, ਜਾਂ ਜੰਗ ਕਰਕੇ ਕਿਸੇ ਕੋ ਜਿੱਤ ਲਈਏ, ਤੇ ਜਾਂ ਮੰਗਤੇ ਬਣ ਕੇ ਉਹਦੇ ਕੋ ਮੰਗ ਲਈਏ। ਕਹਿੰਦੇ ਬਣਿਆ ਤੇ ਆ ਤੂੰ ਮੰਗਤਾ, ਪਰ ਤੈਨੂੰ ਮੰਗਤਾ ਬਣਨ ਦੀ ਜਾਚ ਆਈ ਨਹੀਂ। ਚੀਜ਼ਾਂ ਤੇ ਆ ਤੂੰ ਮੰਗੀਆਂ ਵੀ ਸਾਨੂੰ ਭੇਜੋ, ਪਰ ਤੇਰੇ ਦਿਲ ਵਿੱਚ ਆ ਖੋਟ, ਨੀਅਤ ਆ ਤੇਰੀ ਮਾੜੀ। ਮੈਂ ਕਦੇ ਕਦੇ ਬੇਨਤੀ ਕਰਦਾ ਹੁੰਦਾ, ਇਹ ਧਿਆਨ ਨਾਲ ਸੁਣਿਓ। ਭੀਮ ਚੰਦ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਚਿੱਠੀ ਲਿਖੇ ਵੀ ਮੇਰੇ ਲੜਕੇ ਦਾ ਵਿਆਹ ਵਾ ਤੇ ਤੁਸੀਂ ਵਿਆਹ 'ਚ ਸ਼ਾਮਲ ਹੋਣਾ ਵਾ। ਮੇਰੇ ਲੜਕੇ ਦੇ ਵਿਆਹ 'ਚ ਆਓ, ਸ਼ਮੂਲੀਅਤ ਕਰੋ ਤੇ ਮੇਰੇ ਲੜਕੇ ਦੇ ਵਿਆਹ ਦੀ ਸ਼ਾਨ ਵਧਾਓ। ਤੁਸੀਂ ਜਿੱਥੇ ਗੁਰੂ ਨੇ ਜਾਣਾ, ਚੀਜ਼ਾਂ ਆਪੇ ਚੱਲ ਜਾਣੀਆਂ। ਜਿੱਥੇ ਗੁਰੂ ਨੇ ਜਾਣਾ ਉੱਥੇ ਵਸਤਾਂ ਆਪਣੇ ਆਪ ਚੱਲ ਜਾਣੀਆਂ। ਪਰ ਇੱਕ ਗੱਲ ਆਖਾਂ, ਭੀਮ ਚੰਦ ਨੂੰ ਗੁਰੂ ਨਹੀਂ ਚਾਹੀਦਾ, ਉਹਨੂੰ ਕੀ ਚਾਹੀਦੀਆਂ? ਚੀਜ਼ਾਂ। ਤੇ ਸਾਨੂੰ ਕੀ ਚਾਹੀਦਾ? ਆਖੋ ਸਤਨਾਮ ਸ਼੍ਰੀ। ਕਿੰਨੀ ਵਾਰੀ ਹੁਣ ਤੱਕ ਅਰਦਾਸ ਕੀਤੀ ਤੇ ਕਰਾਈ ਹੈ ਵੀ ਗੁਰੂ ਨਾਨਕ ਮੇਰੇ ਘਰ ਆ ਜਾ। ਆਖਿਆ ਕਦੀ? ਦੁੱਧ ਦੇ, ਪੁੱਤ ਦੇ, ਕਾਰੋਬਾਰ ਦੇ, ਨੌਕਰੀ ਦੇ, ਚੰਗਾ ਘਰ ਦੇ ਰਹਿਣ ਵਾਸਤੇ, ਚੰਗੀ ਗੱਡੀ ਦੇ ਸਵਾਰ ਹੋਣ ਵਾਸਤੇ, ਆ ਅਰੋਗਤਾ ਦੇ, ਆ ਤੰਦਰੁਸਤੀ ਦੇ, ਇਹੋ ਹੀ ਮੰਗਦੇ ਜੇ।
ਗੁਰੂ ਦੀ ਗੱਲ ਗੁਰੂ ਦੇ ਕੋਲ ਆ ਕੇ ਸੁਣ ਲਈ, ਇੱਥੇ ਹੀ ਰਹਿ ਗਈ ਤੇ ਪੱਲਾ ਝਾੜ ਕੇ ਘਰ ਨੂੰ ਚਲ ਗਏ। ਕਥਾ ਕਰਨ ਵਾਲੇ ਨੂੰ ਡਾਲਰ ਮਿਲ ਗਏ ਕਿ ਧਰਮਵੀਰ ਸਿੰਘ ਨੂੰ ਡਾਲਰ ਦੇਤਾ, ਬਾ ਠੀਕ ਹੈ। ਤੇ ਧਰਮਵੀਰ ਸਿੰਘ ਖੁਸ਼, ਇਹ ਕਥਾ ਕੀਤੀ ਡਾਲਰ ਮਿਲ ਗਏ, ਇੰਨੇ ਹੋ ਗਏ ਡਾਲਰ, ਬਾ ਠੀਕ ਹੈ। ਧਰਮਵੀਰ ਸਿੰਘ ਨੂੰ ਡਾਲਰ ਮਿਲ ਗਏ ਤੇ ਤੁਸੀਂ ਆਨੰਦ ਲੈ ਲਿਆ ਵੀ ਘੰਟਾ ਕਥਾ ਸੁਣ ਲਈ, ਆਨੰਦ ਮਾਣ ਲਿਆ, ਗੱਲ ਗੁਰੂ ਦੀ ਇੱਥੇ ਹੀ ਰਹਿ ਗਈ। ਗੱਡੀ ਤੱਕ ਜਾਣ ਦੀ ਦੇਰ ਆ ਬਾਹਰ, ਉਸੇ ਵੇਲੇ ਫੋਨ ਲੱਗ ਜਾਣਾ ਕੰਨ ਨੂੰ, ਹਾਂ ਬਈ ਕੀ ਬਣਿਆ ਫਲਾਣੇ ਦਾ, ਕੀ ਬਣਿਆ ਚਾਚੇ ਦਾ, ਕੀ ਬਣਿਆ ਤਾਏ ਦਾ, ਕੀ ਬਣਿਆ ਭੈਣ ਦਾ। ਇਹੋ ਕੁਝ ਹੀ ਹੈ ਨਾ। ਆਖੋ ਸਤਨਾਮ ਸ਼੍ਰੀ। ਕਦੇ ਅਰਦਾਸ ਕੀਤੀ ਹੋਵੇ ਕਿ ਸਤਿਗੁਰਾਂ ਤੂੰ ਮੇਰੇ ਘਰ ਆ ਜਾ। ਦਾਤ ਪਿਆਰੀ ਵਿਸਰਿਆ ਦਾਤਾਰਾ, ਦਾਤਾ ਵਿਸਰ ਗਿਆ, ਦਾਤਾ ਨਾਲ ਪਿਆਰ ਬਣ ਗਿਆ। ਮੈਂ ਬਾਣੀ 'ਚ ਇੱਕ ਬਚਨ ਪੜਿਆ ਜੀ, ਕਹਿੰਦੇ ਨਾਨਕ ਜਾਚਕ ਦਰ ਤੇਰੇ, ਜਾਚਕ ਦਾ ਮਤਲਬ ਮੰਗਤਾ, ਨਾਨਕ ਜਾਚਕ ਦਰ ਤੇਰੇ, ਮੈਂ ਵਾਂ ਤੇਰੇ ਦਰ ਦਾ ਮੰਗਤਾ। ਤੇ ਪੁੱਛਿਆ ਕੀ ਮੰਗਦਾ, ਦੱਸ ਕੀ ਪਾਵਾਂ ਝੋਲੀ 'ਚ। ਕਹਿੰਦੇ ਨਾਨਕ ਜਾਚਕ ਦਰ ਤੇਰੇ, ਪ੍ਰਭ ਤੁਧ ਨੂੰ ਮੰਗੇ ਦਾਨ। ਜੇ ਮੇਰਾ ਗੁਰੂ ਆਖੇ ਨਾ ਵੀ ਤੂੰ ਮੰਗਤਾ ਬਣ ਕੇ ਆਇਆ ਸਿੱਖਾ, ਹਾਂਜੀ ਮੰਗਤਾ ਬਣ ਕੇ ਆਇਆ ਜੀ। ਮੰਗ ਕੀ ਮੰਗਦਾ? ਤੇ ਸਿੱਖ ਪਤਾ ਕੀ ਕਹਿੰਦਾ? ਕਹਿੰਦਾ ਦਾਤ ਆ, ਜੇ ਕੋਈ ਦਾਨ ਦੇਣਾ ਹੀ ਨਾ ਮੈਂ ਤੈਨੂੰ ਹੀ ਦਾਨ ਵਜੋਂ ਮੰਗਦਾ ਆ, ਜੇ ਕੋਈ ਦਾਨ ਦੇਣਾ ਹੈ ਤੇ ਤੂੰ ਮੇਰੇ ਘਰ ਆ ਜਾ। ਇਹ ਪੰਕਤੀ ਦਾ ਇਹ ਅਰਥ ਹੈ ਜੀ। ਨਾਨਕ ਜਾਚਕ ਦਰ ਤੇਰੇ, ਮੈਂ ਤੇਰੇ ਦਰ ਦਾ ਜਾਚਕ ਮੰਗਦਾ ਹਾਂ। ਪ੍ਰਭ ਤੁਧ ਨੂੰ ਮੰਗੇ ਦਾਨ, ਪਰਮਾਤਮਾ ਮੈਂ ਤੈਨੂੰ ਹੀ ਦਾਨ ਵਜੋਂ ਮੰਗਦਾ ਹਾਂ। ਜੇ ਕੋਈ ਦਾਨ ਦੇਣਾ ਚਾਹੁੰਦਾ ਤੇ ਤੂੰ ਆ ਜਾ, ਆ ਜਾ ਮੇਰੇ ਘਰ, ਵਸ ਜਾ ਮੇਰੇ ਹਿਰਦੇ 'ਚ, ਚੁੱਕ ਕੇ ਧਰਤੀ ਤੋਂ ਮੈਨੂੰ ਗਲ ਨਾ ਲਾ ਲਾ, ਮੈਨੂੰ ਆਪਣਾ ਬਣਾ ਲਾ। ਭੀਮ ਚੰਦ ਨੂੰ ਲਿਖ ਦਿੱਤਾ ਮਹਾਰਾਜ, ਭੀਮ ਚੰਦ ਇਹ ਵਸਤਾਂ ਗੁਰੂ ਨਾਨਕ ਦੇ ਦਰ ਕਰਦੀਆਂ ਵਾ, ਇਹਦੇ ਨਾਲ ਗੁਰੂ ਨਾਨਕ ਦੇ ਦਰ ਘਰ ਦੀ ਸ਼ਾਨ ਬਣ ਸਕਦੀ ਹੈ। ਤੇਰੇ ਵਰਗੇ ਝੂਠੇ ਰਾਜਿਆਂ ਦੀ ਨਹੀਂ। ਬਿਨ ਸਜਾਣ ਵਾਲੇ ਹੋ ਤੁਸੀਂ ਲੋਕ। ਤੇਰੇ ਦਿਲ ਵਿੱਚ ਖੋਟ ਆ ਕਿ ਚੀਜ਼ਾਂ ਵਸਤਾਂ ਮੰਗਾ ਲਵਾਂ, ਮੈਂ ਦੇਣੀਆਂ ਨਹੀਂ ਗੀਆਂ ਵਾਪਸ ਕੋਈ। ਇਸ ਕਰਕੇ ਗੁਰੂ ਨਾਨਕ ਦੇ ਦਰਬਾਰ ਦੀਆਂ ਵਸਤਾਂ, ਤੇਰੇ ਘਰ ਦੀ ਸ਼ਾਨੋ ਸ਼ੌਕਤ ਤੇਰੇ ਦਰਬਾਰ ਦੀ ਸ਼ਾਨੋ ਸ਼ੌਕਤ ਨਹੀਂ ਬਣ ਸਕਦੀ, ਕਿਉਂਕਿ ਤੈਨੂੰ ਗੁਰੂ ਨਹੀਂ ਚਾਹੀਦਾ, ਚੀਜ਼ਾਂ ਚਾਹੀਦੀਆਂ। ਤੇਰਾ ਚੀਜ਼ਾਂ ਨਾਲ ਪਿਆਰ ਹੈ, ਗੁਰੂ ਨਾਲ ਕੋਈ ਪਿਆਰ ਨਹੀਂ। ਗੁਰੂ ਦੇ ਤੇ ਤੂੰ ਵਿਰੋਧ ਤਾਂ ਕਰਦਾ। ਮੇਰੇ ਕਹਿਣ ਦਾ ਭਾਵ, ਮਨ ਹਿਰਦੇ ਦੇ ਵਿੱਚ ਗੁਰੂ ਦੀ ਯਾਦ, ਗੁਰੂ ਦਾ ਚਿੰਤਨ, ਗੁਰੂ ਗੁਰੂ ਗੁਰ ਕਰਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰ ਕੀ ਟੇਕ ਰਹੋ ਦਿਨ ਰਾਤ, ਜਾਂ ਕੀ ਕੋਏ ਨਾ ਮੇਟੇ ਦਾਤ। ਤਿਸ ਮਿਲੀਐ ਸਤਿਗੁਰ ਸੱਜਣੈ, ਜਿਸ ਅੰਤਰ ਹਰ ਗੁਣਕਾਰੀ। ਤਿਸ ਮਿਲੀਐ ਸਤਿਗੁਰ ਪ੍ਰੀਤਮੈ, ਜਿਨ ਹਉਮੈ ਵਿੱਚੋਂ ਮਾਰੀ। ਸੋ ਸਤਿਗੁਰ ਪੂਰਾ ਧਨ ਧਨ ਹੈ, ਜਿਨ ਹਰ ਉਪਦੇਸ਼ ਦੇ ਸਭ ਸ੍ਰਿਸ਼ਟ ਸਵਾਰੀ। ਨਿਤ ਜਪਿਓ ਸੰਤੋਹ ਰਾਮ ਨਾਮ, ਭੌਜਲ ਬਿਖਤਾਰੀ। ਜਿਹੜਾ ਸਤਿਗੁਰ ਸੰਸਾਰ ਭੌਜਲ ਤੋਂ ਤਾਰ ਦੇਣ ਵਾਲਾ, ਜਿਹੜਾ ਸੰਸਾਰ ਸਮੁੰਦਰ ਤੋਂ ਪਾਰ ਕਰ ਦੇਣ ਵਾਲਾ, ਮੁਕਤ ਕਰ ਦੇਣ ਵਾਲਾ, ਕਹਿੰਦੇ ਉਸ ਸਤਿਗੁਰ ਮਿੱਤਰ, ਉਸ ਸਤਿਗੁਰ ਪ੍ਰੀਤਮ ਨਾਲ ਮੇਰੀ ਸਾਂਝ ਬਣ ਗਈ ਆ। ਹੁਣ ਉਹ ਗੁਰੂ ਨੇ ਮੇਰੀ ਬਾਂਹ ਫੜ ਲਈ ਆ, ਤੇ ਬਾਂਹ ਫੜ ਕੇ ਉਹਨੇ ਲੋਕ ਵੀ ਸਵਾਰ ਦਿੱਤਾ ਤੇ ਪਰਲੋਕ ਵੀ ਸੋਹਣਾ ਬਣਾ ਦਿੱਤਾ। ਕਿਤੇ ਆਪਾਂ ਵੀ ਗੁਰੂ ਨੂੰ ਬਾਂਹ ਫੜਾਈਏ। ਜਦੋਂ ਬਾਂਹ ਫੜਦਾ ਨਾ, ਚਾਂਦਨੀ ਚੌਕ ਦੇ ਚੁਰਾਹੇ 'ਚ ਸੀਸ ਕਟਾ ਲੈਂਦਾ, ਪਰ ਫੜੀ ਹੋਈ ਬਾਂਹ ਛੱਡਦਾ ਨਹੀਂਗਾ। ਬਾਹੇ ਜਿਨ੍ਹਾਂ ਦੀ ਪਕੜੀ ਹੈ, ਸਿਰ ਦੀਜੈ ਬਾਂਹ ਨਾ ਛੋੜੀਐ। ਤੇਗ ਬਹਾਦਰ ਬੋਲਿਆ ਧਰ ਪਈਐ, ਧਰਮ ਨਾ ਛੋੜੀਐ। ਗੁਰੂ ਨੂੰ ਬਾਂਹ ਪਕੜਾਈਏ, ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਬਣ ਜਾਈਏ। ਸਮੇਂ ਦੀ ਸਮਾਪਤੀ ਹੈ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਆ ਜੀ। ਜਿੱਥੇ ਬਾਜਾਂ ਵਾਲੇ ਦਾਤੇ ਦੀਆਂ ਬਾਤਾਂ ਪਾ ਰਹੇ ਹਾਂ, ਆਉਣ ਵਾਲੇ ਕੱਲ ਭਾਵ ਕੇ ਭਲਕੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦਾ ਜਨਮ ਦਿਹਾੜਾ। ਸਾਰਿਆਂ ਨਾਲੋਂ ਛੋਟੇ ਸਤਿਕਾਰਯੋਗ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਦਾ ਜਨਮ ਦਿਹਾੜਾ। ਕੱਲ ਨੂੰ ਬਾਬੇ ਦੀਆਂ ਬਾਤਾਂ ਪਾਵਾਂਗੇ ਆਪਾਂ। ਛੋਟੇ ਸਾਹਿਬਜ਼ਾਦੇ ਕਲਗੀਧਰ ਦੇ ਲਾਲ ਫਰਜ਼ੰਦ ਦੀਆਂ ਸਾਰਿਆਂ ਨੇ ਸਮੇਂ ਨਾਲ ਪੁੱਛ ਗੁਰੂ ਦੀਆਂ ਰਹਿਮਤਾਂ ਨਾਲ ਝੋਲੀਆਂ ਭਰਨੀਆਂ। ਭੁੱਲਾਂ ਚੁੱਕਾਂ ਦੀ ਮਾਫੀ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।